ਸਿੱਖਾਂ ਦਾ ਇੱਥੇ ਸਟੇਟਸ ਕਿੰਨਾ ਮਜ਼ਬੂਤੀ ਦੇ ਤੌਰ ਤੇ ਉੱਭਰ ਕੇ ਸਾਹਮਣੇ ਆ ਰਿਹਾ ਹੈ। 9/11 ਤੋਂ ਬਾਅਦ ਚੇਂਜ ਹੋ ਗਿਆ। ਨਵਿਆਂ ਨੂੰ ਨਹੀਂ ਪਤਾ ਕਿ ਇਹ ਸਰਦਾਰ ਉਸਾਮਾ ਬਿਨ ਲਾਦਨ ਨਹੀਂ ਹੈਗਾ। ਕੁਐਸਚਨ ਪੁੱਛਿਆ ਗਿਆ ਕਿ ਹਾਂ ਵੀ ਤੁਸੀਂ ਮੁਸਲਿਮ ਹੋ। 9/11 ਤੋਂ ਬਾਅਦ ਵਿਸ਼ਵ ਨੂੰ ਵਿਸ਼ ਕੀਤਾ ਗੁੱਡ ਮਾਰਨਿੰਗ। ਹੀ ਸੇਜ਼ ਲੀਵ ਦਿਸ ਕੰਟਰੀ। ਸਿੱਖ ਆਰਗੇਨਾਈਜੇਸ਼ਨਸ ਵਧੀਆ ਕੰਮ ਕਰ ਰਹੀਆਂ ਨੇ। ਨੇਬਰਸ ਨਾਲ ਇਨਵੋਲਵ ਹੋਣਾ, ਲੋਕਲ ਸਿਟੀ ਇਵੈਂਟਸ ਵਿੱਚ ਇਨਵੋਲਵ ਹੋਣਾ, ਬੜੀ ਘੱਟ ਇਨਵੋਲਵਮੈਂਟ ਹੈਗੀ ਸਾਡੀ। ਮੇਲ ਬਾਹਰ ਜਾ ਕੇ ਕੰਮ ਕਰ ਰਿਹਾ, ਲੇਡੀ ਨੇ ਬੱਚਿਆਂ ਨੂੰ ਸੰਭਾਲਣਾ ਹੈ। ਇਹ ਸੋਚ ਚੇਂਜ ਕਰਨੀ ਬਹੁਤ ਜ਼ਰੂਰੀ ਹੈਗੀ। ਕਦੀ ਤੁਹਾਡੇ ਨਾਲ ਹੋਇਆ ਜਾਂ ਬੱਚਿਆਂ ਨੇ ਕਦੀ ਤੁਹਾਨੂੰ ਆ ਕੇ ਦੱਸਿਆ ਕਿ ਹਾਂ ਸਾਡੇ ਨਾਲ ਕੁਝ ਐਵੇਂ ਬੁਲੀ ਕੀਤਾ ਗਿਆ ਸਾਨੂੰ? ਕਿਸੇ ਨਾ ਕਿਸੇ ਫਾਰਮ ਵਿੱਚ ਉਹਦੀ ਬੁਲਿੰਗ ਹੋ ਰਹੀ ਸੀ। ਉਸਨੂੰ ਗਰਲਸ ਬਾਥਰੂਮ ਵਿੱਚ ਪੁਸ਼ ਕੀਤਾ ਜਾ ਰਿਹਾ ਸੀ ਬਿਕੋਜ਼ ਆਫ ਲੌਂਗ ਹੇਅਰ ਐਂਡ ਕੜਾ ਜਿਹੜਾ ਕਹਿੰਦੇ ਯੂ ਵੇਅਰ ਬੈਂਗਲਸ ਯੂ ਵੇਅਰ। ਕਿਉਂ ਸਾਡੇ ਅੱਜ ਬੱਚੇ ਪੋਲਿਟਿਕਸ ਵਿੱਚ ਜਾਣ ਤੋਂ ਡਰ ਰਹੇ ਹਨ? ਇੰਡੀਆ ਵਿੱਚ ਪੋਲਿਟਿਕਸ ਨੂੰ ਇੱਕ ਨੈਗੇਟਿਵ ਇਨੋਟੇਸ਼ਨ ਹੈਗੀ, ਨੈਗੇਟਿਵ ਅਪਰੋਚ ਨਾਲ ਦੇਖਿਆ ਜਾਂਦਾ ਹੈ। ਬਲੈਕ ਪ੍ਰੈਜ਼ੀਡੈਂਟ ਵੀ ਪ੍ਰੈਜ਼ੀਡੈਂਟ ਓਬਾਮਾ ਬਣ ਗਿਆ। ਪਿਛਲੇ 100 ਸਾਲਾਂ ਤੋਂ ਅਮਰੀਕਾ ਵਿੱਚ ਹੈਗੇ, ਹਲੇ ਅਸੀਂ 5 ਕੱਕਿਆਂ ਤੇ ਹੀ ਅਟਕੇ ਪਏ ਹਾਂ, ਆਪਣੀ ਆਇਡੈਂਟੀ ਹੀ ਡਿਫਾਈਨ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਭਲੰਦਰ ਸਿੰਘ ਵਰਮਾਨੀ। ਪ੍ਰੋਗਰਾਮ ਸਿੱਖ ਹਾਈ ਫਲਾਰ ਦੇ ਨਾਲ ਇੱਕ ਵਾਰ ਫਿਰ ਤੁਹਾਡੇ ਸਭ ਦੇ ਰੂਬਰੂ। ਔਰ ਅੱਜ ਮੇਰੇ ਨਾਲ ਇੱਕ ਬਹੁਤ ਹੀ ਪਿਆਰਾ ਜਿਹਾ ਸੋਹਣਾ ਜਿਹਾ ਕਪਲ ਮੌਜੂਦ ਹੈ ਜਿਨ੍ਹਾਂ ਨੂੰ ਅਸੀਂ ਮਿਲ ਕੇ ਕਹਿ ਰਹੇ ਹਾਂ ਸਿੱਖ ਹਾਈ ਫਲਾਰ। ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਇੰਟਰੋਡਕਸ਼ਨ ਮੈਂ ਜ਼ਰੂਰ ਦੇਵਾਂਗਾ। ਸਾਡੇ ਨਾਲ ਮੌਜੂਦ ਨੇ ਸਰਦਾਰ ਸ਼ਵਿੰਦਰਜੀਤ ਸਿੰਘ ਜੀ। ਜ਼ਰੂਰ ਇਹਨਾਂ ਬਾਰੇ ਦੱਸਣਾ ਚਾਹਾਂਗਾ। ਲਾਸ ਐਂਜਲਸ ਤੋਂ ਥੋੜਾ ਜਿਹਾ ਦੂਰ ਇੱਕ ਸੋਹਣਾ ਜਿਹਾ ਸ਼ਹਿਰ ਹੈ, ਬਹੁਤ ਛੋਟਾ ਜਿਹਾ ਸ਼ਹਿਰ ਹੈ, ਯੋਬਾ ਲਿੰਡਾ ਦੇ ਪਲਾਨਿੰਗ ਕਮਿਸ਼ਨਰ ਵਜੋਂ ਸੇਵਾਵਾਂ ਨਿਭਾ ਰਹੇ ਨੇ ਸ਼ਵਿੰਦਰਜੀਤ ਸਿੰਘ ਜੀ। ਸ਼ਵਿੰਦਰ ਜੀ ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਉਹਨਾਂ ਦੇ ਨਾਲ ਪਿਆਰੀ ਜੀ ਵਾਈਫ, ਉਹਨਾਂ ਦੀ ਸੋਹਣੀ ਜੀ ਵਾਈਫ ਸਾਡੇ ਨਾਲ ਮੌਜੂਦ ਨੇ ਡਾਕਟਰ ਗਿਨੀ ਕੌਰ ਜੀ। ਐਜ਼ ਏ ਬਾਈ ਪ੍ਰੋਫੈਸ਼ਨ ਡੈਂਟਿਸਟ ਨੇ, ਕਮਿਊਨਿਟੀ ਲਈ ਵੀ ਬਹੁਤ ਕੁਝ ਕਰ ਰਹੇ ਨੇ। ਸੋ ਗਿਨੀ ਕੌਰ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਥੈਂਕ ਯੂ ਸੋ ਮਚ ਜੀ। ਸੋ ਅੱਜ ਜਿਨ੍ਹਾਂ ਨੂੰ ਅਸੀਂ ਕਹਿ ਰਹੇ ਹਾਂ ਸਿੱਖ ਹਾਈ ਫਲਾਰ, ਸਰਦਾਰ ਸ਼ਵਿੰਦਰਜੀਤ ਸਿੰਘ ਜੀ, ਡਾਕਟਰ ਗਿਨੀ ਕੌਰ, ਕਿਉਂਕਿ ਬਹੁਤ ਜ਼ਿਆਦਾ ਇੱਥੇ ਕਪਲਸ ਜਿਹੜੇ ਮੌਜੂਦ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸੇਵਾ ਮਿਲੀ ਹੈ ਕਮਿਊਨਿਟੀ ਦੀ ਕਰਨ ਦੀ, ਪਰ ਨਾਲ ਹੀ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਐਜ਼ ਅ ਸਿੱਖ ਕਮਿਊਨਿਟੀ ਨਾਲ ਜੋੜ ਕੇ ਰੱਖ ਰਹੇ ਨੇ, ਕਿਸ ਤਰ੍ਹਾਂ ਕਮਿਊਨਿਟੀ ਲਈ ਬਹੁਤ ਕੁਝ ਸਾਹਮਣੇ ਲਿਆਉਣ ਦੀ ਕੋਸ਼ਿਸ਼ ਵਿੱਚ ਨੇ ਕਿ ਜਿਨ੍ਹਾਂ ਦੇ ਫਿਊਚਰ ਪਲਾਨਸ ਵੀ ਹੁੰਦੇ ਨੇ ਕਿ ਨਹੀਂ ਅਸੀਂ ਅੱਗੇ ਆਉਣ ਵਾਲੇ ਸਮੇਂ ਵਿੱਚ ਬਹੁਤ ਕੁਝ ਕਰਨਾ ਹੈ ਸਿੱਖ ਧਰਮ ਦੇ ਲਈ, ਇਸ ਕਮਿਊਨਿਟੀ ਲਈ। ਪਰ ਕੀ ਵਾਕਈ ਅਮਰੀਕਾ ਵਿੱਚ ਰਹਿ ਕੇ ਸੌਖਾ ਹੈ ਉਹ ਕਰਨਾ? ਕਿ ਵਾਕਈ ਜੋ ਅਸੀਂ ਸੋਚਦੇ ਹਾਂ ਸਿੱਖਾਂ ਲਈ ਹੋਣਾ ਚਾਹੀਦਾ ਹੈ, ਕਿ ਵਾਕਈ ਅਮਰੀਕੀ ਜਿਹੜੀ ਸਰਕਾਰ ਹੈ, ਅਮਰੀਕਾ ਦੀ ਜਿਹੜੀ ਗਵਰਨਮੈਂਟ ਹੈ, ਕਿ ਉਹ ਕਰਨ ਦੇ ਵਿੱਚ ਲਾਇਕ ਹੈ? ਕਿ ਉਸ ਨੂੰ ਪਤਾ ਹੈ ਕਿ ਸਿੱਖ ਧਰਮ ਦੀਆਂ ਬਾਰੀਕੀਆਂ ਕੀ ਨੇ? ਇਹਨਾਂ ਤੋਂ ਵੱਧ ਕੇ ਹੋਰ ਕੌਣ ਦੱਸ ਸਕਦਾ? ਸੋ ਇਸ ਨਾਲ ਇਹਨਾਂ ਸਵਾਲਾਂ ਦੇ ਨਾਲ ਇਹਨਾਂ ਨਾਲ ਕੁਝ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸ਼ਵਿੰਦਰ ਜੀ, ਮੈਂ ਜ਼ਰੂਰ ਤੁਹਾਡੇ ਤੋਂ ਸਭ ਤੋਂ ਪਹਿਲਾਂ ਆਵਾਂਗਾ ਕਿਉਂਕਿ ਬਤੌਰ ਪਲਾਨਿੰਗ ਕਮਿਸ਼ਨਰ ਬਹੁਤ ਸਾਰੀਆਂ ਰਿਸਪੌਂਸਿਬਿਲਿਟੀਜ਼ ਮੋਢਿਆਂ 'ਤੇ ਆਉਂਦੀਆਂ ਨੇ। ਜਦੋਂ ਇੱਕ ਟਿਪੀਕਲ ਅਮਰੀਕਨ, ਵਾਈਟ ਅਮਰੀਕਨ ਦੀ ਗੱਲ ਕਰੀਏ, ਬਲੈਕ ਅਮਰੀਕਨ ਦੀ ਗੱਲ ਕਰੀਏ, ਤਾਂ ਉਹਨਾਂ ਨੂੰ ਆਪਣੀ ਗੱਲ ਕਹਿਣ ਵਿੱਚ ਬਹੁਤ ਜ਼ਿਆਦਾ ਝਿਜਕ ਨਹੀਂ ਹੁੰਦੀ। ਲੇਕਿਨ ਜਦੋਂ ਇੱਕ ਸਿੱਖ ਨੂੰ ਰੋਲ ਮਿਲੇ ਪਲਾਨਿੰਗ ਕਮਿਸ਼ਨਰ ਦਾ, ਇਸ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿਉਂਕਿ ਟ੍ਰੈਫਿਕ ਕਮਿਸ਼ਨਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਨੇ, ਸੋ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਜਦੋਂ ਇੱਕ ਬਹੁਤ ਹੀ ਅੱਛਾ ਪਾਇਦਾਨ ਮਿਲਣਾ, ਉਸ ਪਾਇਦਾਨ ਨੂੰ ਹਾਸਿਲ ਕਰਨਾ ਕਹਿੰਦੇ ਨੇ ਲੋਕ, ਕਹਿੰਦੇ ਨੇ ਬੜਾ ਸੌਖਾ ਹੁੰਦਾ, ਲੇਕਿਨ ਉਸ ਨੂੰ ਸੰਭਾਲਣਾ ਬੜਾ ਔਖਾ ਹੁੰਦਾ ਕਿਉਂਕਿ ਤੁਹਾਡੀ ਇੱਕ ਗਲਤੀ ਜਿਹੜੀ ਹੈ ਤੁਹਾਨੂੰ ਉਸ ਪਾਇਦਾਨ ਤੋਂ ਹਟਾ ਵੀ ਸਕਦੀ ਹੈ। ਕੀ ਕਹਿਣਾ ਚਾਹੋਗੇ ਆਪਣੇ ਐਕਸਪੀਰੀਅੰਸ ਬਾਰੇ? ਜੀ ਪਹਿਲੇ ਤਾਂ ਬਹੁਤ-ਬਹੁਤ ਸ਼ੁਕਰਗੁਜ਼ਾਰ ਤੁਹਾਡਾ ਤੇ ਤੁਹਾਡੇ ਚੈਨਲ ਦਾ, ਸਾਨੂੰ ਇਸ ਚੈਨਲ ਤੇ ਮੌਕਾ ਦੇਣ ਦਾ। ਤੇ ਕਮਿਸ਼ਨਰ ਮੈਂ ਪਿਛਲੇ 2 ਸਾਲ ਤੋਂ ਪਲੈਨਿੰਗ ਕਮਿਸ਼ਨਰ ਸਿਟੀ ਆਫ ਯੋਬਾ ਲਿੰਡਾ ਵਿੱਚ ਦੀ ਸੇਵਾ ਕਰ ਰਿਹਾ ਹੈਗਾ। ਤੇ ਇਸ ਦੌਰਾਨ ਕਾਫੀ ਲੋਕਾਂ ਨਾਲ ਇੰਟਰੈਕਸ਼ਨ ਹੋਈ, ਲੋਕਾਂ ਦੀਆਂ ਕੰਪਲੇਂਟ ਸੁਣੀਆਂ, ਲੋਕਾਂ ਨਾਲ ਗੁਫ਼ਤਗੂ ਕੀਤੀ, ਉਹਨਾਂ ਨਾਲ ਪ੍ਰੋਬਲਮ ਡਿਸਕਸ ਕੀਤੀਆਂ। ਤੇ ਇਹ ਪਹਿਲੀ ਦਫਾ ਜਦੋਂ ਆਉਂਦੇ ਹੈਗੇ ਸਿਟੀ ਕੌਂਸਲ ਵਿੱਚ ਅਸੀਂ ਬੈਠੇ ਹੁੰਦੇ ਹਾਂ, ਤੇ ਪਹਿਲੇ ਤੇ ਉਹਨਾਂ ਦਾ ਐਕਸਪ੍ਰੈਸ਼ਨ ਦੇਖ ਕੇ ਥੋੜਾ ਜਿਹਾ ਜ਼ਰੂਰ ਲੱਗਦਾ ਹੈਗਾ ਕਿ ਹਾਂ ਵੀ ਇਹ ਇੱਕ ਸਰਦਾਰ ਪਗੜੀ ਵਾਲਾ ਬੰਦਾ ਕੌਣ ਬੈਠਾ ਸਾਹਮਣੇ ਜੀ। ਤੇ ਉਹ ਕੋਸ਼ਿਸ਼ ਸਾਡੀ ਰਹੀ ਹੈ ਸਿਟੀ ਵਿੱਚ ਕਿ ਜਿਸ ਸਿਟੀ ਵਿੱਚ ਰਹਿ ਰਹੇ ਹਾਂ ਕਿ ਕਿਸੇ ਤਰ੍ਹਾਂ ਆਪਣੀ ਸਿੱਖੀ ਦੇ ਬਾਰੇ, ਆਪਣੇ ਟਰਬਨ ਦੇ ਬਾਰੇ, ਆਪਣੇ ਆਈਡੈਂਟਿਟੀ ਦੇ ਬਾਰੇ ਲੋਕਾਂ ਨਾਲ ਸ਼ੇਅਰ ਕਰ ਸਕੀਏ। ਅਸੀਂ ਪਿੱਛੇ ਆਪਣਾ ਸਿੱਖ ਐਪਰੀਸੀਏਸ਼ਨ ਮੰਥ ਕੀਤਾ, ਕਾਫੀ ਲਾਈਵ ਬ੍ਰੌਡਕਾਸਟ ਹੋਇਆ ਤੇ ਲੋਕਾਂ ਨੂੰ ਦੱਸਿਆ, ਮੂਵੀ ਦਿਖਾਈ ਤੇ ਲੋਕਾਂ ਨੂੰ ਕਾਫੀ ਕੁਛ ਇਹਦੇ ਬਾਰੇ ਦੱਸਿਆ। ਸੋ ਇੱਕ ਵਾਰੀ ਤੁਸੀਂ ਉਹਨਾਂ ਨੂੰ ਪਤਾ ਚੱਲ ਜਾਏ ਤੁਸੀਂ ਕਿਸ ਫੇਥ ਨੂੰ ਬਿਲੀਵ ਕਰਦੇ ਹੋ, ਤੁਹਾਡੀ ਕੀ ਰਿਪਰੈਜ਼ੈਂਟ ਕਰਦੇ ਹੋ, ਤੁਹਾਡੀ ਵੈਲਿਊਜ਼ ਕੀ ਹੈਗੀਆਂ,
ਤੇ ਉਸ ਟਾਈਮ ਫਿਰ ਉਹ ਐਜ਼ ਅ ਨਾਰਮਲ ਡਾਇਲੌਗ ਤੁਸੀਂ ਉਹਨਾਂ ਨਾਲ ਬੜੇ ਆਸਾਨ ਹੋ ਜਾਂਦਾ ਐਸਟੈਬਲਿਸ਼ ਕਰਨਾ। ਬਿਲਕੁਲ ਠੀਕ ਹੈ। ਇਹ ਸਵਾਲ ਮੈਂ ਡਾਕਟਰ ਗਿਨੀ ਕੌਰ ਜੀ ਤੁਹਾਡੇ ਤੋਂ ਵੀ ਕਰਾਂਗਾ, ਕਿਉਂਕਿ ਮੈਂ ਬਹੁਤ ਸਾਰੇ ਡਾਕਟਰਸ ਦੇ ਨਾਲ ਇੰਟਰਵਿਊਜ਼ ਕੀਤੇ ਨੇ। ਉਹਨਾਂ ਦਾ ਕਹਿਣਾ ਕਿ ਜਦੋਂ ਕੋਈ ਵਾਈਟ ਅਮਰੀਕਨ ਜਾਂ ਬਲੈਕ ਅਮਰੀਕਨ ਸਾਡੇ ਕੋਲ ਆਉਂਦਾ ਐਜ਼ ਅ ਪੇਸ਼ੈਂਟ, ਕਈ ਵਾਰੀ ਉਹਨਾਂ ਨੂੰ ਇਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਿਆ ਕਿ ਉਹਨਾਂ ਨੇ ਮਨਾ ਕਰ ਦਿੱਤਾ ਕਿ ਨਹੀਂ, ਸਾਨੂੰ ਨਾ ਇਸ ਡਾਕਟਰ ਤੋਂ ਇਲਾਜ ਨਹੀਂ ਕਰਵਾਉਣਾ, ਚਾਹੇ ਸਾਡੀ ਐਕਸਪਰਟੀਜ਼ ਅਸੀਂ ਹੈਗੇ ਹਾਂ, ਅਸੀਂ ਜਨਰਲ ਫਿਜ਼ੀਸ਼ੀਅਨ ਵੀ ਹੈਗੇ ਹਾਂ, ਕੈਂਸਰ ਸਪੈਸ਼ਲਿਸਟ ਹਾਂ, ਹਾਰਟ ਸਪੈਸ਼ਲਿਸਟ ਹਾਂ, ਫਿਰ ਵੀ ਸਾਨੂੰ ਕਹਿੰਦੇ ਕਈ ਵਾਰੀ ਸਾਨੂੰ ਇਸ ਤਰ੍ਹਾਂ ਫੇਸ ਕਰਨਾ ਪਿਆ ਕਿ ਬਾਹਰ ਵਾਲੇ ਲੋਕ ਜਿਹੜੇ ਸਾਡੇ 'ਤੇ ਉਹ ਵਿਸ਼ਵਾਸ ਨਹੀਂ ਕਰਦੇ। ਪਰ ਜਦੋਂ ਇੱਕ ਫੀਮੇਲ ਦੀ ਗੱਲ ਕਰਨਾ ਹੈ, ਕਿਉਂਕਿ ਫੀਮੇਲ ਨੂੰ ਆਈਡੈਂਟੀਫਾਈ ਕਰਨਾ ਕਿ ਇਹ ਸਿੱਖ ਹੈ, ਮੁਸਲਿਮ ਹੈ, ਹਿੰਦੂ ਹੈ ਜਾਂ ਕ੍ਰਿਸਚਨ ਹੈ, ਬੜਾ ਔਖਾ ਹੋ ਜਾਂਦਾ ਕਈ ਵਾਰੀ, ਕਿਉਂਕਿ ਸਾਡੀ ਲੈਂਗੁਏਜ, ਸਾਡਾ ਪਹਿਰਾਵਾ ਬਹੁਤ ਸਾਨੂੰ ਕਈ ਵਾਰੀ ਦੱਸਦਾ ਹੈ। ਤੁਸੀਂ ਕੀ ਕਹਿਣਾ ਚਾਹੋਗੇ, ਸਿੱਖਾਂ ਦਾ ਇੱਥੇ ਸਟੇਟਸ ਕਿੰਨਾ ਮਜ਼ਬੂਤੀ ਦੇ ਤੌਰ ਤੇ ਉੱਭਰ ਕੇ ਸਾਹਮਣੇ ਆ ਰਿਹਾ, ਅਮਰੀਕਾ ਦੀ ਗੱਲ ਕਰੀਏ ਖਾਸ ਕਰਕੇ? ਮੈਨੂੰ ਇੱਥੇ ਆਏ 27 ਇਅਰਸ ਹੋ ਗਏ ਜੀ। ਸਾਡਾ ਵਿਆਹ 96 ਵਿੱਚ ਹੋਇਆ ਸੀ, ਹੁਣੇ ਤੱਕ ਤੇ 27 ਇਅਰਸ ਕੰਪਲੀਟ ਹੋਏ। ਜਦੋਂ ਮੈਂ ਇੱਥੇ ਫਰੈਸ਼ ਗ੍ਰੈਜੂਏਟ ਸੀਗੀ, ਉਸ ਦੇ ਕੁਝ ਟਾਈਮ ਬਾਅਦ ਹੋਇਆ 9/11 ਜੀ, ਜਿਹੜਾ ਕਿ ਮੈਂ ਬਿਲਕੁਲ ਵੀ ਨਹੀਂ ਸੋਚਿਆ ਸੀ। ਉਹ ਜੀ ਇੱਕ ਇਨਸੀਡੈਂਸ ਮੇਰੇ ਨਾਲ ਵਾਪਰਿਆ ਜਿਹੜਾ ਕਿ ਮੈਨੂੰ ਕਾਫੀ ਹਾਲੇ ਤੱਕ ਹੈਰਾਨ ਕਰਦਾ ਹੈਗਾ। ਮੇਰੀ ਜੌਬ ਤੇ ਮੇਰੇ ਪੇਸ਼ੈਂਟ ਉਹ ਕਰੀਬਨ 2 ਸਾਲ ਤੋਂ ਮੈਂ ਉਹਨਾਂ ਨੂੰ ਦੇਖ ਰਹੀ ਸੀ ਜੀ, ਤੇ ਉਹਨਾਂ ਨੇ ਕਦੀ ਵੀ ਹਮੇਸ਼ਾ ਮਤਲਬ ਇਹ ਜ਼ਾਹਿਰ ਕੀਤਾ ਕਿ ਉਹਨਾਂ ਨੂੰ ਮੇਰੀ ਕਿਸੇ ਵੀ ਚੀਜ਼ ਤੇ ਸ਼ੱਕ ਨਹੀਂ ਸੀਗਾ, ਮੇਰੀ ਕ੍ਰੈਡੀਬਿਲਿਟੀ ਤੇ ਉਹਨਾਂ ਨੂੰ ਪੂਰਾ ਵਿਸ਼ਵਾਸ ਸੀਗਾ। ਬਟ 9/11 ਤੋਂ ਬਾਅਦ ਮੈਨੂੰ ਯਾਦ ਹੈ ਕਿ ਜਿਹੜਾ ਪਹਿਲਾ ਟਿਊਜ਼ਡੇ ਆਇਆ, ਮੈਂ ਉਸ ਆਫਿਸ 'ਚ ਜੌਬ ਕਰਦੀ ਸੀਗੀ ਜਿੱਥੇ ਕਿ ਮੈਂ 3 ਆਫਿਸਿਸ 'ਚ ਉਸ ਵੇਲੇ ਜੌਬ ਕਰਦੀ ਸੀਗੀ ਜੀ। ਤੇ ਉੱਥੇ ਮੈਂ ਗਈ ਹਾਂ ਤੇ ਮੇਰੀ ਬੜੀ ਹੈਰਾਨਗੀ ਹੋਈ ਕਿ ਮੈਂ ਪੇਸ਼ੈਂਟ ਨੂੰ ਵਿਸ਼ ਕੀਤਾ, ਗੁੱਡ ਮਾਰਨਿੰਗ, ਹਾਊ ਆਰ ਯੂ, ਐਂਡ he says leave this country। and ਮੈਂ ਉਹਨਾਂ ਦੀ ਗੱਲ ਦੇਖਣ ਲੱਗ ਗਈ ਕਿ ਇਹ ਕੀ ਗੱਲ ਹੋ ਗਈ। ਤੇ then again ਉਹਨਾਂ ਨੇ ਮੈਨੂੰ ਇਹ ਕਿਹਾ ਕਿ we gave you the opportunity to come here not to attack our country but to just work and serve here। ਮੈਨੂੰ ਬੜਾ ਧੱਕਾ ਲੱਗਿਆ। ਮੈਂ ਜਾ ਕੇ ਹੈਲਪ ਮੰਗਣ ਦੀ ਕੋਸ਼ਿਸ਼ ਕੀਤੀ ਆਫਿਸ ਵਿੱਚ ਜੀ, ਬਟ ਬਾਈ ਚਾਂਸ ਮੈਨੂੰ ਉਸ ਦਿਨ ਕੋਈ ਹੈਲਪ ਨਹੀਂ ਮਿਲ ਸਕੀ ਬਿਕੋਜ਼ ਮੈਨੂੰ ਨਹੀਂ ਪਤਾ ਸੀਗਾ ਕਿ ਮੈਂ ਜਿਨ੍ਹਾਂ ਕੋਲ ਕੰਮ ਕਰ ਰਹੀ ਹੈਗੀ ਹਾਂ, ਕਿਉਂਕਿ ਇੱਥੇ ਆ ਕੇ ਅਕਸਰ ਲੋਕ ਆਪਣਾ ਨਾਮ ਬਦਲ ਲੈਂਦੇ ਹੈਗੇ ਟੂ ਜਸਟ ਫਿਟ ਇਨ, ਨਾਟ ਫॉर ਐਨੀ ਕੌਜ਼। ਸੋ ਉਹਨਾਂ ਦਾ ਪਤਾ ਲੱਗਿਆ ਕਿ ਉਹ ਖੁਦ ਹੀ ਜਿਹੜੇ ਓਨਰ ਸੀਗੇ ਉਹ ਮਿਡਲ ਈਸਟਰਨ ਸੀਗੇ ਜੀ। ਉਹ ਕਹਿੰਦੇ ਤੇਰੇ ਤੋਂ ਜ਼ਿਆਦਾ ਖਤਰਾ ਸਾਨੂੰ ਹੈਗਾ, ਸੋ ਅਸੀਂ ਅੱਗੇ ਨਹੀਂ ਆਵਾਂਗੇ। ਸੋ ਕਾਫੀ ਉਸ ਦਿਨ ਮੈਨੂੰ, ਮੈਂ ਤੇ ਮੇਰਾ ਰੱਬ ਬਸ ਉਹੀ ਸੀਗੇ 2 ਕਮਰੇ 'ਚ। ਖੈਰ ਉਹ ਬੋਲਿਆ ਉਹਨਾਂ ਨੇ ਜੋ ਬੋਲਣਾ ਸੀ ਤੇ ਮੈਂ ਆਪਣਾ ਪੁਆਇੰਟ ਆਫ ਵਿਊ ਉਹਨਾਂ ਨੂੰ ਜੋ ਸਮਝਾ ਸਕਦੀ ਸੀਗੀ, ਬਿਕੋਜ਼ ਸਾਡੇ ਵੀ ਇੱਥੇ ਲਾਜ਼ ਬਹੁਤ ਸਟ੍ਰਿਕਟ ਹੁੰਦੇ ਆ ਕਿ ਅਸੀਂ ਕਿੰਨਾ ਕੋ ਪੇਸ਼ੈਂਟ ਨੂੰ ਬੋਲ ਸਕਦੇ ਹਾਂ। ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਉਹਨਾਂ ਨੂੰ ਪਿਆਰ ਨਾਲ ਸਮਝਾਇਆ ਕਿ ਮੈਂ ਕਿੱਥੋਂ ਬਿਲੋਂਗ ਕਰਦੀ ਹਾਂ ਤੇ ਮੈਂ ਕੀ ਸਾਡਾ ਸਿੱਖ ਮਜ਼ਹਬ ਕੀ ਸਿਖਾਉਂਦਾ ਹੈਗਾ ਸਾਨੂੰ। ਹਾਂਜੀ, ਤੇ ਉਹਦੇ ਵਿੱਚ ਇਹ ਕਿਧਰੇ ਵੀ ਨਹੀਂ ਆਉਂਦਾ ਕਿ ਜੋ ਕੁਝ ਤੁਹਾਡੇ ਨਾਲ ਹੋਇਆ ਹੈਗਾ ਜਾਂ ਤੁਹਾਨੂੰ ਲੱਗਦਾ ਹੈ ਕਿ ਕੀਤਾ ਹੈ, ਤੇ ਮੈਂ ਕਿਹਾ ਉਹ ਸਾਡੀ ਬਿਲੀਵਸ ਇਨ ਸਾਡੇ ਫੇਥ ਤੋਂ ਬਹੁਤ ਹਟ ਕੇ ਹੈਗਾ, ਅਸੀਂ ਉਹ ਸੋਚ ਵੀ ਨਹੀਂ ਸਕਦੇ। ਸੋ ਉਹਨਾਂ ਨੇ ਸੁਣਿਆ, ਸਮਝਿਆ। ਇਹ ਮੇਰੇ ਬਿਲਕੁਲ ਵਿਸ਼ਵਾਸ ਤੋਂ ਬਾਹਰ ਸੀਗਾ ਕਿ ਉਹ ਆ ਕੇ ਉਹਨਾਂ ਨੇ ਮਾਫੀ ਮੰਗੀ ਥੋੜੀ ਦੇਰ ਬਾਅਦ, ਉਹਨਾਂ ਨੇ ਆਪਣਾ ਕੰਮ ਵੀ ਕਰਵਾ ਲਿਆ। ਪਰ ਉਹ ਦਿਨ ਮੈਨੂੰ ਅੱਜ ਤੱਕ ਨਹੀਂ ਭੁੱਲਦਾ ਜਿਹੜਾ ਮੇਰੇ ਨਾਲ ਉਹ ਇਨਸੀਡੈਂਟ। ਪਰ ਇਹ ਦੇਖੋ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਗੱਲ ਨੂੰ ਬਹੁਤ ਤਰੀਕੇ ਨਾਲ ਉਹਨਾਂ ਨੂੰ ਸਮਝਾਈਏ ਔਰ ਉਹਨਾਂ ਨੂੰ ਉਹ ਸਮਝ ਵੀ ਆ ਜਾਏ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਅਸੀਂ ਰੂਡ ਹੋ ਜਾਂਦੇ ਹਾਂ ਕਿ ਸਾਡੇ ਨਾਲ ਇਸ ਤਰ੍ਹਾਂ ਦਾ ਬਿਹੇਵੀਅਰ ਕਿਉਂ ਕੀਤਾ ਗਿਆ। ਅਸੀਂ ਰੂਡ ਹੋ ਕੇ ਉਹਨਾਂ ਨਾਲ ਬਦਸਲੂਕੀ ਕਰਦੇ ਹਾਂ ਤਾਂ ਉਹ ਸਾਡੀ ਆਇਡੈਂਟੀਟੀ ਕਿਸੇ ਹੋਰ ਹੀ ਪਾਸੇ ਚਲੀ ਜਾਂਦੀ ਹੈ। ਸ਼ਵਿੰਦਰ ਜੀ, ਇੱਥੇ ਮੈਂ ਬੜਾ ਇੱਕ ਸਵਾਲ ਕਰਨਾ ਚਾਹਾਂਗਾ ਤੁਹਾਨੂੰ, ਕਿਉਂਕਿ ਐਜ਼ ਅ ਪਲੈਨਿੰਗ ਕਮਿਸ਼ਨਰ ਤੁਸੀਂ ਪੋਲੀਟੀਸ਼ੀਅਨਸ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਮਿਲਦੇ ਹੋ। ਬਹੁਤ ਸਾਰੀਆਂ ਸਿੱਖ ਆਰਗੇਨਾਈਜੇਸ਼ਨਸ ਹੈਗੀਆਂ ਜੋ ਕਿ ਬਹੁਤ ਧੜੱਲੇ ਨਾਲ ਕਹਿੰਦੀਆਂ ਕਿ ਅਸੀਂ ਸਿੱਖ ਕਮਿਊਨਿਟੀ ਨੂੰ ਅੱਗੇ ਵਧਣ ਦੇ ਲਈ ਬਹੁਤ ਵਧੀਆ ਕੰਮ ਕਰ ਰਹੇ ਹਾਂ, ਤਾਂ ਜੋ ਇੱਥੋਂ ਦੇ ਬੱਚਿਆਂ ਨੂੰ ਪਤਾ ਚੱਲ ਸਕੇ, ਇੱਥੋਂ ਦੇ ਪੇਰੈਂਟਸ ਨੂੰ ਪਤਾ ਚੱਲ ਸਕੇ, ਇੱਥੋਂ ਦੇ ਗਵਰਨਮੈਂਟ ਅਫੀਸ਼ੀਅਲਸ ਨੂੰ ਪਤਾ ਚੱਲ ਸਕੇ ਜਾਂ ਫਿਰ ਹੋਰਨਾਂ ਲੋਕਾਂ ਨੂੰ ਪਤਾ ਚੱਲ ਸਕੇ ਕਿ ਸਿੱਖ ਆਈਡੈਂਟੀਟੀ ਜਿਹੜੀ ਹੈਗੀ ਹੈ ਹੋਰਨਾਂ ਧਰਮਾਂ ਤੋਂ ਵੱਖ ਹੈ। ਸਾਨੂੰ ਹੋਰਨਾਂ ਧਰਮਾਂ ਨਾਲ ਨਾ ਜੋੜ ਕੇ ਵੇਖਿਆ ਜਾਏ। ਸਾਡੇ ਦਸਤਾਰ ਦੀ ਕੀ ਵੈਲਿਊ ਹੈ, ਸਾਡੇ ਕੜੇ ਦੀ ਕੀ ਵੈਲਿਊ ਹੈ। ਸੋ ਤੁਹਾਨੂੰ ਲੱਗਦਾ ਕਿ ਉਹ ਸਿੱਖ ਆਰਗੇਨਾਈਜੇਸ਼ਨਸ ਵਧੀਆ ਕੰਮ ਕਰ ਰਹੀਆਂ ਨੇ ਜਾਂ ਸਾਨੂੰ ਅੱਜ, ਕਿਉਂਕਿ ਅਸੀਂ 2023 'ਚ ਬੈਠੇ ਹਾਂ, ਟੈਕਨੋਲੋਜੀ ਦਾ ਜ਼ਮਾਨਾ ਹੈ, ਅਗਾਂਹ ਵਧੂ ਜ਼ਿੰਦਗੀ ਦਾ ਜ਼ਮਾਨਾ ਹੈ, ਸੋ ਸਾਨੂੰ ਹਲੇ ਹੋਰ ਪੀੜ੍ਹੀ ਦਰ ਪੀੜ੍ਹੀ ਜਾਂ ਕਦਮ ਦਰ ਕਦਮ ਅੱਗੇ ਸਾਨੂੰ ਹੋਰ ਨਵੇਂ ਕਦਮਾਂ ਚੁੱਕਣ ਦੀ ਜ਼ਰੂਰਤ ਹੈ? ਇਹ ਤੁਸੀਂ ਬੜੇ ਵਧੀਆ ਕੁਐਸਚਨ ਪੁੱਛਿਆ।
ਜੋ ਆਰਗੇਨਾਈਜੇਸ਼ਨਸ ਆਪਣੇ ਲੈਵਲ ਤੇ ਬਹੁਤ ਵਧੀਆ ਕੰਮ ਕਰ ਰਹੀ ਹੈਗੀਆਂ ਸੋ ਨੋ ਡਾਊਟ ਅਬਾਊਟ ਦੈਟ ਜੀ ਮੈਂ ਹਮੇਸ਼ਾ ਕਹਿਣਾ ਕਿ ਲੋਕੀ ਆਪਣਾ ਕਹਿੰਦੇ ਹੈਗੇ ਅਸੀਂ ਹਾਂ ਵੀ ਅਸੀਂ ਆਪਣਾ ਵੱਡੀ ਪੋਜੀਸ਼ਨਸ ਲੈਣੀ ਹੈਗੀਆਂ ਮੇਰਾ ਹਮੇਸ਼ਾ ਹੁੰਦਾ ਕਿ ਅਸੀਂ ਸਾਡੀ ਜਿਹੜੀ ਲੋਕਲ ਜਿੱਥੇ ਤੁਸੀਂ ਰਹਿੰਦੇ ਹੋ ਜੀ ਲੋਕਲ ਗਵਰਨਮੈਂਟ ਵਿੱਚ ਸਾਡਾ ਸਿੱਖਾਂ ਦਾ ਪਾਰਟਿਸਿਪੇਸ਼ਨ ਲੋਕਲ ਕਮਿਊਨਿਟੀ ਵਿੱਚ ਬਹੁਤ ਜ਼ਰੂਰੀ ਹੈਗੀ ਜੀ ਅਗਰ ਅਸੀਂ ਸਿਰਫ ਆਪਣੇ ਸਵੇਰੇ ਤੋਂ ਸ਼ਾਮ ਤੱਕ ਡਾਕਟਰ ਇੰਜੀਨੀਅਰ ਬਣ ਕੇ ਸਿਰਫ ਜੌਬਸ ਕਰ ਰਹੇ ਹੈਗੇ ਤੇ ਵਾਪਸ ਆ ਰਹੇ ਹੈਗੇ ਤੇ ਵੀਕਐਂਡ ਵਿੱਚ ਅਸੀਂ ਆਪਣਾ ਟਾਈਮ ਗੁਰਦੁਆਰੇ ਲਗਾ ਰਹੇ ਹੈਗੇ ਉਹ ਵੀ ਬਹੁਤ ਜ਼ਰੂਰੀ ਹੈ ਸਾਡੇ ਬੱਚਿਆਂ ਵਾਸਤੇ ਜੀ ਸੋ ਹਮੇਸ਼ਾ ਕਹਿੰਦਾ ਇਟਸ ਅ ਟੂ ਪ੍ਰੋਂਗ ਅਪਰੋਚ ਸੋ ਵੀ ਨੀਡ ਟੂ ਸਟਰੈਂਥਨ ਆਰ ਕਿਡਸ for the future of the Sikhi, which is done by the spaces provided by our institutions, which is Gurdwaras. At the same time, we need to spread ourselves outside those temples and Gurdwaras in the local community. क्योंकि वो ਜਿਹੜੇ ਗੁਰਦੁਆਰੇ ਹੈਗੇ ਗੁਰਦੁਆਰਾ ਸਾਹਿਬ ਹੈਗੇ ਉਹ ਬੜੇ ਲਿਮਿਟਡ ਲੋਕਾਂ ਦੀ ਰੀਚ ਹੈਗੀ ਰਾਈਟ ਠੀਕ ਹੈ ਜਿਨ੍ਹਾਂ ਨੂੰ ਸਿੱਖੀਜ਼ਮ ਦੇ ਬਾਰੇ ਪਤਾ ਹੈਗਾ ਸੋ ਅਸੀਂ ਆਪਣਿਆਂ ਨੂੰ ਪ੍ਰੀਚ ਕਰ ਰਹੇ ਹੈਗੇ ਬਟ ਲੋਕਲ ਕਮਿਊਨਿਟੀ ਵਿੱਚ ਇਨਵੋਲਵ ਹੋਣਾ ਲਵ दाई ਨੇਬਰ ਅਸੀਂ ਸੁਣਦੇ ਆਏ ਹਾਂ ਬਚਪਨ ਤੋਂ ਨੇਬਰਸ ਨਾਲ ਇਨਵੋਲਵ ਹੋਣਾ ਲੋਕਲ ਸਿਟੀ ਇਵੈਂਟਸ ਵਿੱਚ ਇਨਵੋਲਵ ਹੋਣਾ ਬੜੀ ਘੱਟ ਇਨਵੋਲਵਮੈਂਟ ਹੈਗੀ ਸਾਡੀ ਜੀ ਅਗਰ ਕੋਈ ਪੋਲਿਟਿਕਸ ਵਿੱਚ ਇਨਵੋਲਵ ਹੁੰਦਾ ਹੈਗਾ ਲੋਕੀ ਮਜ਼ਾਕ ਕਰਦੇ ਹੈਗੇ ਕਈ ਵਾਰੀ ਹਾਂ ਵੀ ਤੇਰੇ ਕੋਲ ਬੜਾ ਟਾਈਮ ਹੈਗਾ ਜੌਬ ਛੱਡ ਕੇ ਪੋਲਿਟਿਕਸ ਕਰ ਰਹੇ ਹਾਂ ਸੋ ਅਮਰੀਕਾ ਵਿੱਚ ਪੋਲਿਟਿਕਸ ਵਿੱਚ ਇਨਵੋਲਵ ਹੋਣਾ ਮਤਲਬ ਤੁਸੀਂ ਆਪਣੇ ਆਪ ਨੂੰ ਪ੍ਰੋਜੈਕਟ ਕਰ ਰਹੇ ਹੋ ਬਾਹਰ ਆਪਣੇ ਪੱਗ ਨੂੰ ਆਪਣੇ ਪਹਿਰਾਵੇ ਨੂੰ ਆਪਣੇ ਵੈਲਿਊਜ਼ ਨੂੰ ਯੂ ਆਰ ਸ਼ੇਅਰਿੰਗ them with the local community ਬਿਲਕੁਲ ਤੇ ਲੋਕਲ ਗਵਰਨਮੈਂਟ ਤੋਂ ਹੀ ਚੀਜ਼ ਅੱਗੇ ਵੱਧਦੀ ਹੈਗੀ ਗਿਨੀ ਕੌਰ ਜੀ ਨੇ ਦੱਸਿਆ ਕਿ ਉਹ 27 ਸਾਲ ਪਹਿਲਾਂ ਅਮਰੀਕਾ ਵਿੱਚ ਆਏ ਸੀ ਤੁਸੀਂ ਕਿੰਨੇ ਸਾਲ ਪਹਿਲਾਂ ਆਏ ਸੀ 31 ਸਾਲ ਹੋ ਗਏ ਜੀ 92 ਵਿੱਚ ਮੈਂ ਆਇਆ ਯਾਨੀ ਕਿ ਤੁਸੀਂ ਆਪਣਾ ਜਿਹੜਾ ਬਚਪਨ ਹੈ ਉਹ ਇੱਥੇ ਬਿਤਾਇਆ ਨਹੀਂ ਹੈ ਜਵਾਨੀ ਜ਼ਰੂਰ ਬਿਤਾਈ ਹੈ ਬਚਪਨ ਨਹੀਂ ਬਿਤਾਇਆ ਜ਼ਰੂਰ ਮੈਂ ਚਾਹਾਂਗਾ ਕਿ ਹੁਣ ਤੁਹਾਡੇ ਬੱਚੇ ਵੀ ਹੈਗੇ ਉਹਨਾਂ ਨੂੰ ਤੁਸੀਂ ਇੱਥੇ ਵੱਡਾ ਕੀਤਾ ਸਕੂਲਾਂ ਵਿੱਚ ਪਾਇਆ ਕਿ ਸਕੂਲ ਅੱਜ ਜਾਣ ਪਾਏ ਨੇ ਕਿ ਸਿੱਖ ਕੌਣ ਨੇ ਡਾਕਟਰ ਗਿਨੀ ਕੌਰ ਜੀ ਇਹ ਮੈਂ ਸਵਾਲ ਤੁਹਾਡੇ ਤੋਂ ਜ਼ਰੂਰ ਕਰਨਾ ਚਾਹਾਂਗਾ ਕਿਉਂਕਿ ਬੱਚੇ ਆਪਣੇ ਮਾਂ ਦੇ ਨਾਲ ਬਹੁਤ ਜ਼ਿਆਦਾ ਕਲੋਜ਼ ਹੁੰਦੇ ਹਨ ਕਦੀ ਤੁਹਾਨੂੰ ਰਿਅਲਾਈਜ਼ ਹੋਇਆ ਕਿ ਬੱਚਿਆਂ ਨਾਲ ਕਿਉਂਕਿ ਬਹੁਤ ਸਾਰੀਆਂ ਸ਼ਿਕਾਇਤਾਂ ਆਉਂਦੀਆਂ ਕਿ ਬੱਚਿਆਂ ਨੂੰ ਬੁਲੀ ਕੀਤਾ ਜਾਂਦਾ ਹੈ ਔਰ ਬੱਚੇ ਕਈ ਵਾਰੀ ਆਪਣੇ ਪੇਰੈਂਟਸ ਨੂੰ ਦੱਸਦੇ ਕਈ ਵਾਰੀ ਨਹੀਂ ਦੱਸ ਪਾਉਂਦੇ ਕਿਉਂਕਿ ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਬੁਲੀ ਦਾ ਸ਼ਿਕਾਰ ਹੋ ਰਹੇ ਹਨ ਔਰ ਆਪਣੀ ਆਈਡੈਂਟੀਟੀ ਕਰਕੇ ਕਿਉਂਕਿ ਸਾਡੇ ਬੱਚੇ ਛੋਟੇ ਹੁੰਦੇ ਆ ਤਾਂ ਉਹ ਪਟਕਾ ਬਣ ਕੇ ਵੀ ਜਾਂਦੇ ਆ ਜੂੜਾ ਕਰਕੇ ਜਾਂਦੇ ਆ ਤੇ ਕਈ ਵਾਰੀ ਖੇਡਦੇ ਖੇਡਦੇ ਪਟਕਾ ਖੁੱਲ ਵੀ ਜਾਂਦਾ ਹੈ ਪਰ ਸਾਡੀ ਜਿਹੜੀ ਆਈਡੈਂਟੀਟੀ ਸਾਹਮਣੇ ਨਜ਼ਰ ਆਉਂਦੀ ਹੈ ਉਹ ਹੋਰਨਾਂ ਲਈ ਇੱਕ ਅਸੀਂ ਬਿਲਕੁਲ ਡਿਫਰੈਂਟ ਹੈਗੇ ਆ ਕਦੀ ਤੁਹਾਡੇ ਨਾਲ ਹੋਇਆ ਜਾਂ ਬੱਚਿਆਂ ਨੇ ਕਦੀ ਤੁਹਾਨੂੰ ਆ ਕੇ ਦੱਸਿਆ ਕਿ ਹਾਂ ਸਾਡੇ ਨਾਲ ਕੁਝ ਐਵੇਂ ਬੁਲੀ ਕੀਤਾ ਗਿਆ ਸਾਨੂੰ ਹਾਂਜੀ ਬੜਾ ਹੀ ਸੋਹਣਾ ਕੁਐਸਚਨ ਹੈਗਾ ਔਰ ਆਈ ਥਿੰਕ ਇਹ ਕੋਈ ਬੋਲੇ ਜਾਂ ਨਾ ਬੋਲੇ ਜੀ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਰੇ ਸਿੱਖ ਬੱਚਿਆਂ ਨੂੰ ਕਦੀ ਨਾ ਕਦੀ ਇਸ ਤਰ੍ਹਾਂ ਦੀ ਚੀਜ਼ ਫੇਸ ਕਰਨੀ ਪੈਂਦੀ ਹੈਗੀ ਹੈ ਜੀ ਕਿਸੇ ਨੂੰ ਛੋਟੇ ਲੈਵਲ ਤੇ ਕਿਸੇ ਨੂੰ ਵੱਡੇ ਲੈਵਲ ਤੇ ਬਿਲਕੁਲ ਤੇ ਇਹ ਮੈਨੂੰ ਲੱਗਦਾ ਹੈ ਕਿ ਕਿਸੇ ਦੀ ਵੀ ਬਚਪਨ ਦੇ ਵਿੱਚ ਇਹ ਚੀਜ਼ ਉਹਦੀ ਪਰਵਰਿਸ਼ 'ਚ ਖਲਲ ਪਾ ਸਕਦੀ ਹੈਗੀ ਹੈ ਰਾਈਟ ਔਰ ਇਹ ਜਿੰਨਾ ਅਸੀਂ ਜ਼ਿਆਦਾ ਇਸ ਦਾ ਬਾਹਰ ਦੱਸ ਸਕੀਏ ਲੋਕਾਂ ਨੂੰ ਪਹਿਚਾਣ ਦੱਸ ਸਕੀਏ ਕਿ ਨਥਿੰਗ ਟੂ ਫੀਅਰ ਅਬਾਊਟ ਇਟਸ ਜਸਟ ਆਵਰ ਆਰਟੀਕਲ ਆਫ ਫੇਥ ਜੀ ਉਹ ਬਹੁਤ ਜ਼ਰੂਰੀ ਹੈਗਾ ਤੇ ਹਾਂਜੀ ਤੁਹਾਡਾ ਕੁਐਸਚਨ ਸੀਗਾ ਕਿ ਮੇਰੀ ਬਿਟੀਆ ਹੈਗੀ ਹੈ ਹੁਣ ਉਹ 22 ਇਅਰਸ ਦੀ ਹੈਗੀ ਹੈ ਜੀ ਜਿਹਦਾ ਨਾਮ ਹੈ ਸਹਿਜ ਕੌਰ ਇੱਕ ਬੇਟਾ ਹੈਗਾ ਜਿਹੜਾ ਕਿ ਹੁਣ 20 ਸਾਲ ਦਾ ਟਰਨ ਹੋਇਆ ਹੈਗਾ ਜਿਹਦਾ ਨਾਮ ਹੈ ਅੰਮ੍ਰਿਤ ਸਿੰਘ ਤੇ ਦੋਨਾਂ ਦੇ ਨਾਲ ਮੈਂ ਡਿਫਰੈਂਟ ਚੈਲੰਜਸ ਦੇਖੇ ਹੈ ਕਈ ਵਾਰੀ ਬੱਚਿਆਂ ਨੇ ਦੱਸਿਆ ਹੈ ਕਈ ਵਾਰੀ ਆਪੇ ਮਾਂ ਨੂੰ ਆਈਡੈਂਟੀਫਾਈ ਕਰਨਾ ਪਿਆ ਕਿ ਮੇਰੇ ਬੱਚਾ ਕਿਉਂ ਸਕੂਲੋਂ ਆ ਕੇ ਤੇ ਬਸਤਾ ਰੱਖਦੇ ਹੀ ਹੋਮਵਰਕ ਕਰਦਾ ਹੈ ਤੇ ਉਸ ਤੋਂ ਬਾਅਦ ਸੋ ਜਾਂਦਾ ਹੈ ਇਹ ਬਾਕੀ ਬੱਚਿਆਂ ਦੀ ਤਰ੍ਹਾਂ ਖੇਡਦਾ ਕਿਉਂ ਨਹੀਂ ਹੱਸਦਾ ਕਿਉਂ ਨਹੀਂ ਤੇ ਕਈ ਵਾਰੀ ਮੈਨੂੰ ਪਤਾ ਲੱਗਿਆ ਜਿਸ ਤਰ੍ਹਾਂ ਇੱਕ ਵਾਰੀ ਮੇਰਾ ਬੇਟਾ ਆਇਆ ਘਰ ਤੇ ਉਸ ਦੀ ਬਹੁਤ ਪਿਟਾਈ ਹੋਈ ਸੀ ਬਹੁਤ ਜ਼ਿਆਦਾ ਉਹਦਾ ਪਟਕਾ ਖੁੱਲਾ ਹੋਇਆ ਸੀਗਾ ਪ੍ਰੀ ਸਕੂਲ ਦੀ ਗੱਲ ਹੈ ਕਿ ਪਟਕਾ ਖੁੱਲਾ ਹੋਇਆ ਸੀਗਾ ਵਾਲ ਉੱਤੇ ਕੇਸ ਉੱਤੇ ਜੜੋਂ ਪੁੱਟੇ ਹੋਏ ਸੀਗੇ ਪਿੱਛੇ ਇੰਨਾ ਪਾਸਾ ਉਹਦਾ ਪੂਰਾ ਐਮਟੀ ਸੀਗਾ ਉਹਦੇ ਪਿੱਠ ਤੇ ਕਾਫੀ ਹੱਥਾਂ ਦੇ ਨਿਸ਼ਾਨ ਪੰਜੇ ਦੇ ਜਿਸ ਤੋਂ ਪਤਾ ਲੱਗ ਰਿਹਾ ਸੀਗਾ ਕਿ ਕਾਫੀ ਬੱਚਿਆਂ ਨੇ ਉਸਨੂੰ ਇਕੱਠੇ ਮਾਰਿਆ ਹੈ ਜੀ ਤੇ ਸਕੂਲ ਨੂੰ ਜਦੋਂ ਮੈਂ ਜਾ ਕੇ ਗੱਲ ਕੀਤੀ ਤੇ ਸਕੂਲ ਨੇ ਕੁਝ ਖਾਸ ਰਿਸਪੌਂਸ ਨਹੀਂ ਦਿੱਤਾ ਇਹੋ ਕਿਹਾ ਕਿ ਹੋ ਜਾਂਦਾ ਹੈ ਬੱਚੇ ਇਸ ਤਰ੍ਹਾਂ ਕਰ ਦਿੰਦੇ ਹੈਗੇ ਐਂਡ ਉਹ ਜਵਾਬ ਨੇ ਮੇਰਾ ਦਿਲ ਕਾਫੀ ਉਦਾਸ ਕਰਤਾ ਤੇ ਮੈਂ ਅਗਲੇ ਦਿਨ ਹਿੰਮਤ ਨਹੀਂ ਪਈ ਐਜ਼ ਅ ਮਦਰ ਟੂ ਸੈਂਡ ਮਾਈ ਕਿਡ ਟੂ ਦਾ ਸੇਮ ਸਕੂਲ ਤੇ ਮੈਂ ਸਕੂਲ ਚੇਂਜ ਕੀਤਾ ਬੱਚੇ ਦਾ ਇੱਕ ਦਿਨ ਵੀ ਨਹੀਂ ਹੋਰ ਉਸ ਤੋਂ
ਅਗਲੇ ਸਕੂਲ ਵੀ ਮੈਨੂੰ ਇਸ ਤਰ੍ਹਾਂ ਦੀਆਂ ਕਾਫੀ ਡਿਫਿਕਲਟੀਜ਼ ਆਈਆਂ, ਜਿਸ ਨੂੰ ਮੈਂ ਆਪਣੇ ਡੈਂਟਲ ਕੈਂਪਸ ਲਗਾ ਕੇ ਉੱਥੇ ਪੂਰਾ ਮੰਡੇ ਉੱਥੇ ਵੋਲੰਟੀਅਰ ਕਰਕੇ ਕੋਸ਼ਿਸ਼ ਕੀਤਾ ਕਿ ਮੈਂ ਉੱਥੇ ਸਿਖਾ ਪਾਵਾਂ ਕੁਝ, ਬਟ ਮੈਨੂੰ ਹਾਰ ਕੇ ਆਪਣੇ ਬੱਚੇ ਨੂੰ ਉੱਥੋਂ ਵੀ ਕੱਢਣਾ ਪਿਆ, ਬੇਟੇ ਨੂੰ ਜੀ। ਤੇ ਸੋ ਲਾਈਕ ਉਸ ਕਿਸੇ ਨਾ ਕਿਸੇ ਫਾਰਮ ਵਿੱਚ ਉਹਦੀ ਬੁਲਿੰਗ ਹੋ ਰਹੀ ਸੀ, ਉਸਨੂੰ ਗਰਲਸ ਬਾਥਰੂਮ ਚ ਪੁਸ਼ ਕੀਤਾ ਜਾ ਰਿਹਾ ਸੀ ਬਿਕਾਜ਼ ਆਫ ਲੌਂਗ ਹੇਅਰ ਐਂਡ ਕੜਾ, ਜਿਹੜਾ ਕਹਿੰਦੇ ਯੂ ਵੇਅਰ ਬੈਂਗਲਸ, ਯੂ ਆਰ ਗਰਲ। ਸੋ ਇਸ ਤਰ੍ਹਾਂ ਕਰਕੇ ਅੰਮ੍ਰਿਤ ਦੀਆਂ ਪ੍ਰੋਬਲਮਸ ਦਾ ਸਿਲਸਿਲਾ ਵੱਧਦਾ ਗਿਆ ਤੇ ਮੈਨੂੰ ਫਿਰ ਉਸ ਪਰ ਕੀ ਸਕੂਲ ਵਾਲਿਆਂ ਨੂੰ ਜਾ ਕੇ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਸਭ ਕੁਝ ਸਾਡੇ ਬੱਚਿਆਂ ਨਾਲ ਹੋ ਰਿਹਾ ਹੈ? ਬਿਲਕੁਲ, ਸਕੂਲ ਵਾਲਿਆਂ ਦੇ ਨਾਲ ਬਹੁਤ ਗੱਲ ਕੀਤੀ, ਬਹੁਤ ਇਨਸਿਸਟ ਕੀਤਾ ਮੈਂ ਸਕੂਲ 'ਚ ਜਾ ਕੇ ਕਿ ਮੈਨੂੰ ਥੋੜਾ ਜਿਹਾ ਇਸਦਾ ਪਟਕਾ ਖੋਲ ਕੇ ਥੋੜਾ ਜਿਹਾ ਸਮਝਾ ਲੈਣ ਦਿਓ। ਵੀ ਆਈ ਵੋਂਟ ਇਵਨ ਟੇਕ ਰਿਲੀਜੀਅਸ ਅਪਰੋਚ, ਆਈ ਟੇਕ ਕਲਚਰਲ ਅਪਰੋਚ, ਸੋ ਇਟ ਵਿਲ ਨਾਟ ਹਿੰਡਰ ਯੋਰ ਰੂਲਸ, ਤੇ ਮੈਨੂੰ ਥੋੜਾ ਜਿਹਾ ਮੌਕਾ ਦਿਓ। ਦੇ ਸੈਡ ਓਕੇ ਐਵਰੀ ਮੰਡੇ ਯੂ ਕਮ, ਯੂ ਵੋਲੰਟੀਅਰ। ਸੋ ਮੈਂ ਸਵੇਰੇ ਤੋਂ ਜਾਣਾ, ਰਾਤ ਸ਼ਾਮ ਤੱਕ ਉਹਨਾਂ ਦੇ ਮਤਲਬ ਜਦ ਤੱਕ ਸਕੂਲ 'ਚ ਲਾਸਟ class nahi done ho jati si, I used to be at the school helping out with xeroxing, helping out with everything that was required in the school, but still unhone mainu mauka nahi ditta ki main ek book bhi read karke utthe das saka। I offered them many books from our collection, they koi bhi daste ho a boy with the long hair, yani ki school ne permission nahi deti, school ne permission। ਇੱਥੇ ਇੱਕ ਬੜਾ ਇੱਕ ਮੈਂ ਕੁਐਸਚਨ ਜ਼ਰੂਰ ਕਰਨਾ ਚਾਹਾਂਗਾ ਸ਼ਵਿੰਦਰ ਜੀ, ਕਿਉਂਕਿ ਬਹੁਤ ਸਾਰੇ ਸਾਡੇ ਆਸ-ਪਾਸ ਅਸੀਂ ਜੋ ਦੇਖਦੇ ਹਾਂ ਹਰ ਸ਼ਹਿਰ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਨੇ। ਗੁਰਦੁਆਰਾ ਸਾਹਿਬ ਸਿਰਫ ਗੁਰੂ ਘਰ ਤਾਂ ਚਲੋ ਠੀਕ ਹੈ, ਹੈਗੇ ਹੀ ਹੈ, ਬਟ ਲੇਕਿਨ ਮੈਨੇਜਮੈਂਟ ਇੱਥੇ ਕਿਉਂ ਗਾਇਬ ਹੈ? ਮੈਨੇਜਮੈਂਟ ਕਿਉਂ ਸਕੂਲਾਂ ਵਿੱਚ ਨਹੀਂ ਜਾਂਦੀ? ਕਿਉਂ ਉਹ ਸਿਰਫ ਗੁਰਦੁਆਰਿਆਂ ਤੱਕ ਹੀ ਆਪਣੇ ਆਪ ਨੂੰ ਉਹਨਾਂ ਨੇ ਸੀਮਿਤ ਰੱਖਿਆ ਹੋਇਆ? ਕਿਉਂਕਿ ਅਸੀਂ ਬਹੁਤ ਸਾਰੇ, ਮੈਂ ਗੁਰਦੁਆਰਿਆਂ ਵਿੱਚ ਜਾਣਾ, ਬਹੁਤ ਸਾਰੇ ਸ਼ਹਿਰਾਂ ਵਿੱਚ ਜਾਣਾ ਜਿੱਥੇ ਕਿ ਖਾਲਸਾ ਸਕੂਲ ਖੁੱਲ੍ਹੇ ਹੋਏ ਨੇ, ਪੰਜਾਬੀ ਸਕੂਲ ਖੁੱਲ੍ਹੇ ਹੋਏ ਨੇ, ਉੱਥੇ ਲੋਕ ਵਲੰਟੀਅਰ ਦੇ ਤੌਰ 'ਤੇ ਸੇਵਾ ਵੀ ਕਰਦੇ ਨੇ, ਬੱਚਿਆਂ ਨੂੰ ਪੰਜਾਬੀ ਪੜ੍ਹਾਉਂਦੇ ਨੇ, ਪਰ ਕਿਉਂ ਅਸੀਂ ਉਸ ਤਰ੍ਹਾਂ ਦੇ ਵਲੰਟੀਅਰਸ ਨਹੀਂ ਲੱਭਦੇ ਜੋ ਵੱਖ-ਵੱਖ ਸਕੂਲਾਂ ਵਿੱਚ ਜਾਣ, ਬੱਚਿਆਂ ਨੂੰ ਐਲੀਮੈਂਟਰੀ ਜਿਹੜੇ ਪ੍ਰਾਇਮਰੀ ਸਕੂਲ ਦੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਦੱਸਣ ਦੀ ਸਾਨੂੰ ਜ਼ਰੂਰਤ ਹੈ ਕਿ ਸਿੱਖ ਕੌਣ ਨੇ। ਠੀਕ ਹੈ, ਪੰਜਾਬੀ ਅਸੀਂ ਪੜ੍ਹਾ ਰਹੇ ਹਾਂ, ਗੁਰਬਾਣੀ ਬੱਚਿਆਂ ਨੂੰ ਸਿਖਾ ਰਹੇ ਹਾਂ, ਵੈਰੀ ਗੁੱਡ, ਬਹੁਤ ਅੱਛੀ ਗੱਲ ਹੈ, ਲੇਕਿਨ ਦੂਜੇ ਪਾਸੇ ਸਾਨੂੰ ਆਮ ਸਕੂਲਾਂ ਵਿੱਚ ਵੀ ਜਾਣਾ ਚਾਹੀਦਾ ਹੈ, ਕੈਥੋਲਿਕ ਸਕੂਲਾਂ ਵਿੱਚ ਵੀ ਜਾਣਾ ਚਾਹੀਦਾ ਹੈ, ਜਿੱਥੇ ਕਿ ਸਾਨੂੰ ਬੱਚਿਆਂ ਨੂੰ ਦੱਸਣ ਦੀ ਜ਼ਰੂਰਤ ਹੈ ਕਿ ਅਸੀਂ ਕੌਣ ਹੈਗੇ ਹਾਂ। ਜਿਹੜੇ ਸਿੱਖ ਬੱਚੇ ਤੁਹਾਡੇ ਨਾਲ ਪੜ੍ਹ ਰਹੇ ਨੇ, ਸਿੱਖ ਕੁੜੀਆਂ ਪੜ੍ਹ ਰਹੇ ਨੇ, ਸਿੱਖ ਮੁੰਡੇ ਪੜ੍ਹ ਰਹੇ ਨੇ, ਜੇਕਰ ਤੁਹਾਨੂੰ ਉਹਨਾਂ ਦੀ ਦਿੱਖ ਵਿੱਚ ਕੁਝ ਫਰਕ ਲੱਗਦਾ ਹੈ ਤਾਂ ਇਹ ਕੁਝ ਨਹੀਂ ਹੈ, ਸਿਰਫ ਧਰਮ ਦਾ ਹੀ ਹਿੱਸਾ ਹੈਗਾ, ਉਹ ਵੀ ਤੁਹਾਡੇ ਵਰਗੇ ਹੀ ਬੱਚੇ ਨੇ। ਬਿਲਕੁਲ ਜੀ। ਤੇ ਗੁਰਦੁਆਰਾ ਮੈਨੇਜਮੈਂਟ ਦਾ ਇਹਨਾਂ ਦਾ ਫੋਕਸ ਪ੍ਰਾਇਮਰੀ ਮਿਸ਼ਨ ਤੇ ਵਿਜ਼ਨ ਹੈਗਾ ਤੇ ਵੀਕਐਂਡ ਸਕੂਲ ਬੱਚਿਆਂ ਦਾ ਜੀ, ਤੇ ਆਪਣਾ ਜੋ ਕੀਰਤਨ ਪ੍ਰੋਗਰਾਮ। ਹਾਂਜੀ, ਬਾਕੀ ਵੋਲੰਟੀਅਰ ਜ਼ਰੂਰ ਹੈਗੇ, ਪੇਰੈਂਟਸ ਜ਼ਰੂਰ ਹੈਗੇ ਜੋ ਆਫਰ ਕਰਦੇ ਹੈਗੇ ਕਿ ਕਿਸੇ ਨੂੰ ਜ਼ਰੂਰਤ ਹੈਗੀ, ਪ੍ਰੈਜੈਂਟੇਸ਼ਨਸ ਤਿਆਰ ਹੈਗੀਆਂ ਉਹਨਾਂ ਕੋਲ, ਉਹਨਾਂ ਨੇ ਹੈਲਪ ਵੀ ਕੀਤੀ ਹੈਗੀ ਜਦ ਪੁੱਛਿਆ ਗਿਆ ਹੈਗਾ। ਪਰ ਸਾਡਾ ਕੋਈ ਆਰਗੇਨਾਈਜ਼ਡ ਪ੍ਰੋਗਰਾਮ ਇਸ ਤਰ੍ਹਾਂ ਨਹੀਂ ਹੈਗਾ ਜਿਹੜਾ ਕਵੇ ਕਿ ਹਾਂ ਵੀ ਹਰ ਹਫਤੇ ਇਹ ਪੇਰੈਂਟ ਇਸ ਸਕੂਲ ਜਾ ਰਿਹਾ ਹੈਗਾ। ਪੂਰੇ ਸਿਟੀ ਦੇ ਸਕੂਲ ਦੀ ਲਿਸਟ ਹੋਏ ਸਾਡੇ ਕੋਲ, ਕਾਊਂਟੀ ਦੀ ਲਿਸਟ ਹੋਏ ਤੇ ਸਭ ਦੀ ਡਿਊਟੀਆਂ ਲਗਾਈਆਂ ਹੋਣ, ਉਹ ਨਹੀਂ ਹੈਗਾ ਬਿਲਕੁਲ ਵੀ। ਸੋ ਉਹ ਹੋਣਾ ਬਹੁਤ ਜ਼ਰੂਰੀ ਹੈਗਾ ਤੇ ਉਸੇ ਵਿਚਾਰ ਨਾਲ ਕਿ ਸਾਡਾ ਸਿੱਖ ਯੂਥ ਕਿਸ ਤਰ੍ਹਾਂ ਅੱਗੇ ਸਿੱਖੀ ਨਾਲ ਵੀ ਜੁੜ ਸਕੇ ਤੇ ਨਾਲ ਮੇਨ ਸਟਰੀਮ ਵਿੱਚ ਵੀ ਇਨਵੋਲਵ ਹੋ ਸਕੇ ਤੇ ਨਾਲ ਇਹ ਸਾਡੇ ਬੱਚੇ ਜਾ ਕੇ ਦੂਜੇ ਸਕੂਲਾਂ ਵਿੱਚ ਬਿਨਾਂ ਸ਼ਰਮ ਦੇ ਆਪਣੇ ਫਿਊਚਰ ਜਨਰੇਸ਼ਨ ਵਾਸਤੇ ਐਕਸਪਲੇਨ ਕਰ ਸਕਣ। ਅਸੀਂ ਇੱਕ ਸੋਚ ਰਹੇ ਹਾਂ ਆਪਣਾ ਕੁਝ ਖੋਲ੍ਹਣ ਦਾ ਜਿੱਥੇ ਸਾਰਾ ਯੂਥ ਡਰਿਵਨ ਪ੍ਰੋਗਰਾਮ ਰਨ ਕਰਨ ਆਊਟਸਾਈਡ ਦਾ ਗੁਰਦੁਆਰਾ ਵਾਲਸ। ਬਿਲਕੁਲ ਠੀਕ ਹੈ। ਇੱਥੇ ਮੈਂ ਤੁਹਾਡਾ ਇੱਕ ਇਨਸੀਡੈਂਟ ਸ਼ੇਅਰ ਕਰਾਂਗਾ ਔਰ ਉਸ ਤੋਂ ਬਾਅਦ ਮੈਂ ਤੁਹਾਡੇ ਤੋਂ ਸਵਾਲ ਕਰਾਂਗਾ ਕਿ 2020 ਜਦੋਂ ਕੋਵਿਡ ਸਟਾਰਟ ਹੀ ਹੋਇਆ ਸੀ, ਮੈਂ ਖੁਦ ਕੋਵਿਡ ਦਾ ਸ਼ਿਕਾਰ ਹੋਇਆ ਸੀ ਔਰ ਮੈਂ ਸੈਂਟਾ ਕਲਾਰਾ ਵੈਲੀ ਹਸਪੀਟਲ ਮੈਨੂੰ ਐਡਮਿਟ ਹੋਣਾ ਪਿਆ ਸੀ। ਜਦੋਂ ਕੋਵਿਡ ਹੋਇਆ ਮੈਨੂੰ ਤੇ ਮੈਂ ਤਕਰੀਬਨ 20 ਦਿਨ ਆਕਸੀਜਨ 'ਤੇ ਰਿਹਾ ਸੈਂਟਾ ਕਲਾਰਾ ਵੈਲੀ ਹਸਪੀਟਲ। ਤੀਜੇ ਚੌਥੇ ਦਿਨ ਮੈਨੂੰ ਇੱਕ ਚਰਚ ਤੋਂ ਫੋਨ ਆਦਾ ਮੇਰੇ ਰੂਮ ਵਿੱਚ ਹੀ, ਕਿਉਂਕਿ ਮੈਨੂੰ ਬਾਹਰ ਕਿਤੇ ਜਾਣ ਦੀ ਪਰਮਿਸ਼ਨ ਨਹੀਂ ਸੀ ਔਰ ਮੇਰੀ ਹਾਲਤ ਵੀ ਨਹੀਂ ਸੀ। ਸੋ ਮੈਨੂੰ ਇੱਕ ਚਰਚ ਵਿੱਚ ਤੋਂ ਹੀ ਫੋਨ ਆਦਾ ਇੱਕ ਫਾਦਰ ਦਾ ਕਿ ਮੈਨੂੰ ਪਤਾ ਚੱਲਿਆ ਕਿ ਤੁਸੀਂ ਬਿਮਾਰ ਹੋ ਔਰ ਇਸ ਹਸਪੀਟਲ ਵਿੱਚ ਹੈਗੇ ਹੋ ਤੁਸੀਂ, ਅਤੇ ਅਗਰ ਤੁਸੀਂ ਮੈਨੂੰ ਪਰਮਿਸ਼ਨ ਦਿਓ ਤਾਂ ਮੈਂ ਤੁਹਾਡੇ ਲਈ ਪ੍ਰੇ ਕਰ ਸਕਦਾ ਔਨ ਫੋਨ। ਅਤੇ ਮੈਂ ਕਿਹਾ ਹਾਂ ਤੁਸੀਂ ਜ਼ਰੂਰ ਫੋਨ ਕਰੋ, ਪ੍ਰੇ ਕਰੋ ਮੇਰੇ ਲਈ, ਕਿਉਂਕਿ ਮੈਨੂੰ ਵੀ ਅੱਛਾ ਲੱਗਿਆ। ਉਹਨਾਂ ਨੇ ਮੇਰੇ ਨਾਲ 2 ਮਿੰਟ ਗੱਲ ਕੀਤੀ, ਪ੍ਰੇ ਕੀਤੀ ਮੇਰੇ ਲਈ ਔਰ ਪ੍ਰੇ ਤੋਂ ਬਾਅਦ ਮੈਨੂੰ ਬਲੈਸਿੰਗਸ ਦਿੱਤੀਆਂ ਕਿ ਤੁਸੀਂ ਬਹੁਤ ਜਲਦੀ ਠੀਕ ਹੋਗੇ, ਡੋਂਟ ਵਰੀ ਅਬਾਊਟ ਦੈਟ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਇੱਕ ਰਿਕੁਐਸਟ ਕੀਤੀ ਕਿ ਮੈਂ ਨਾ ਤੁਹਾਨੂੰ 2 ਬੁੱਕਸ ਭਿਜਵਾ ਰਿਹਾ, ਜਦੋਂ ਵੀ ਤੁਹਾਡੇ ਕੋਲ ਟਾਈਮ ਹੋਏ ਪੜ੍ਹਨ ਦਾ ਤੁਸੀਂ ਪੜ੍ਹ ਲੈਣਾ, ਜਦੋਂ ਤੁਸੀਂ ਠੀਕ ਹੋਵੋਗੇ ਉਦੋਂ ਪੜ੍ਹ ਲੈਣਾ। ਮੈਂ ਕਿਹਾ ਥੈਂਕ ਯੂ। ਉਸ ਤੋਂ ਬਾਅਦ ਉਹਨਾਂ ਨੇ ਫੋਨ ਰੱਖਤਾ, ਦੈਟਸ ਇਟ। ਲੇਕਿਨ ਅਗਲੇ 20 ਦਿਨ ਜਦੋਂ ਮੈਂ ਹਸਪੀਟਲ ਵਿੱਚ, ਮੈਨੂੰ ਕਿਸੇ ਦੇ ਗੁਰਦੁਆਰੇ ਤੋਂ ਫੋਨ ਨਹੀਂ ਆਇਆ, ਮੈਨੂੰ ਕਿਸੇ ਮੰਦਿਰ ਤੋਂ ਫੋਨ ਨਹੀਂ ਆਇਆ। ਸੋ ਕਿਤੇ ਨਾ ਕਿਤੇ ਸਾਡੇ ਜਿਹੜੇ ਰਿਕਾਰਡਸ ਨੇ ਉਹ ਫਾਦਰ ਤੱਕ ਪਹੁੰਚਾਏ ਜਾ ਰਹੇ ਨੇ, ਕਿਉਂਕਿ ਕੈਥੋਲਿਕ ਹਸਪੀਟਲਸ ਵੀ ਹੈਗੇ ਤਾਂ ਉਹ ਆਪਣੀ ਰੀਚ ਉਸ ਤਰ੍ਹਾਂ ਕਰਦੇ ਨੇ।
ਪਰ ਦੂਸਰੇ ਪਾਸੇ ਜੇਕਰ ਸਾਡੇ ਗੁਰਦੁਆਰਿਆਂ ਤੱਕ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਪਹੁੰਚ ਵੀ ਜਾਂਦੀ ਹੈ, ਕੀ ਸਾਡੇ ਜਿਹੜੇ ਗ੍ਰੰਥੀ ਸਾਹਿਬਾਨ ਨੇ ਜਾਂ ਕੀ ਸਾਡੇ ਕੀਰਤਨੀ ਜੱਥੇ ਨੇ, ਢਾਡੀ ਜੱਥੇ ਨੇ, ਕੀ ਇੰਨੇ ਪ੍ਰਪੱਖ ਹੈਗੇ ਨੇ ਕਿ ਉਹ ਪੇਸ਼ੈਂਟਸ ਨਾਲ ਗੱਲ ਕਰ ਸਕਣ? ਸੋ ਇਸ ਵਿੱਚ ਤੇ ਜੀ ਦੋ ਸਵਾਲ ਖੜੇ ਹੁੰਦੇ ਹੈਗੇ। ਹਾਂਜੀ। ਨੰਬਰ 1 ਕਿ ਉਹ ਜਿਹੜੇ ਸਾਡੇ ਪ੍ਰਬੰਧਕ ਹੈਗੇ ਜਾਂ ਰਾਗੀ ਹੈਗੇ ਉਹ ਇੰਗਲਿਸ਼ ਵਿੱਚ ਗੱਲ ਕਰ ਸਕਦੇ ਹੈਗੇ ਜਾਂ ਨਹੀਂ। ਜੀ ਜੀ। ਦੂਜੀ ਗੱਲ, ਉਹਨਾਂ ਕੋਲ ਉਹਨਾਂ ਨੂੰ ਸੈਲਰੀਜ਼ ਜਾਂ ਉਹਨਾਂ ਨੂੰ ਪੈਸਾ ਇਹਨਾਂ ਦਿੱਤਾ ਜਾਂਦਾ ਹੈ ਤਾਂ ਉਸ ਇਸ ਤਰਫ ਧਿਆਨ ਵੀ ਦੇਣ। ਜੀ। ਜਿੰਨੀ ਮੈਨੂੰ ਸਮਝ ਹੈਗੀ ਉਹਨਾਂ ਨੂੰ ਬੜੀ ਬੇਸਿਕ ਸੈਲਰੀ ਦਿੱਤੀ ਜਾਂਦੀ ਹੈ ਜੀ। ਤੇ ਉਹਨਾਂ ਨੂੰ they are forced to work outside, ਟਰੱਕ ਚਲਾ ਰਹੇ ਹੈਗੇ, ਡਰਾਈਵਰ ਇਹਨੇ ਬਿਜ਼ਨਸ ਖਰੀਦ ਰਹੇ ਹੈਗੇ, ਲਿਕਰ ਸਟੋਰਸ ਖਰੀਦ ਰਹੇ ਹੈਗੇ। ਉਹ ਚੀਜ਼ ਅਗਰ ਕਿਸੇ ਤਰ੍ਹਾਂ, ਐਂਡ ਮੈਂ ਚਰਚਿਸ ਨਾਲ ਵੀ ਗੱਲ ਕੀਤੀ ਹੈਗੀ, ਪ੍ਰੀਸਟ ਉਹਨਾਂ ਨੂੰ ਬੜੇ ਘਰ ਅੱਛੇ ਦਿੱਤੇ ਜਾਂਦੇ, ਉਹਨਾਂ ਦੇ ਪ੍ਰੀਸਟ ਨੂੰ, ਫਾਦਰਸ ਨੂੰ ਗੱਡੀਆਂ ਦਿੱਤੀਆਂ ਜਾਂਦੀਆਂ, ਅੱਛੀ 5-6 ਹਜ਼ਾਰ ਸੈਲਰੀ ਦਿੱਤੀ ਜਾਂਦੀ ਹੈਗੀ, ਉਹ ਸਾਡੇ ਵਿੱਚ ਨਹੀਂ ਹੈਗਾ। ਜੀ। ਸੋ ਸਾਡੀ ਜਿਹੜੀ ਸੋਰਸ ਆਫ ਪੂਰੀ ਐਜੂਕੇਸ਼ਨ, ਜਿਹੜਾ ਸੋਰਸ ਆਫ ਰਿਲੀਜਨ ਦੀ ਪ੍ਰਚਾਰ ਹੈਗਾ, ਉਹ ਸੋਰਸ ਉਹਨਾਂ ਤੋਂ ਹੈਗਾ। ਤੇ ਉਹਨਾਂ ਨੂੰ ਜਦ ਤੱਕ ਅਸੀਂ ਵੈਲ ਐਸਟੈਬਲਿਸ਼ ਨਹੀਂ ਕਰਾਂਗੇ, ਉਹ ਆਪਣਾ ਸਪੇਅਰ ਟਾਈਮ ਬੱਚਿਆਂ ਨਾਲ ਸਪੈਂਡ ਕਰ ਸਕਣ, ਸ਼ਾਮੀ ਆਪਣਾ ਪ੍ਰਚਾਰ ਕਰ ਸਕਣ ਜਾਂ ਇਹੋ ਜਿਹੀ ਸੇਵਾਵਾਂ ਲੈ ਸਕਣ, ਕਿਉਂਕਿ ਗੁਰਦੁਆਰੇ ਦਾ ਫੰਕਸ਼ਨ ਮੋਸਟਲੀ ਵੀਕਐਂਡ ਹੁੰਦਾ, ਸਵੇਰੇ ਹੁੰਦਾ, ਰਾਈਟ। ਸ਼ਾਮੀ ਟਾਈਮ ਉਹਨਾਂ ਕੋਲ ਫ੍ਰੀ ਹੁੰਦਾ। ਅਗਰ ਉਹਨਾਂ ਕੋਲ ਇਨਫ ਸੈਲਰੀਜ਼ ਹੈਗੀਆਂ, ਉਹ ਸ਼ਾਮੀ ਇਹ ਸਾਰੀ ਡਿਊਟੀਜ਼ ਕਰ ਸਕਦੇ ਹੈਗੇ। ਉਹਨਾਂ ਨੂੰ ਇੰਗਲਿਸ਼ ਵੀ ਸਿਖਾਈ ਜਾਏ, ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਸਕੂਲ ਤੋਂ ਦਿੱਤੀ ਜਾਵੇ, ਤੇ ਉਹਨਾਂ ਨੂੰ ਇੱਕ ਜਿਸ ਤਰ੍ਹਾਂ ਇੰਜੀਨੀਅਰ ਬਣਨਾ ਹੁੰਦਾ, ਡਾਕਟਰ ਬਣਨਾ 4 ਸਾਲ ਦਾ ਸਕੂਲ ਹੁੰਦਾ, ਰਾਈਟ। ਇਹਨਾਂ ਵਾਸਤੇ ਲੋਕਾਂ ਸਾਡੇ ਕੋਲ ਹੁਣ ਪਿੱਛੇ ਕੰਟੈਕਟ ਆਇਆ ਜਿਨ੍ਹਾਂ ਨੇ ਮਾਸਟਰਸ ਕੀਤੀ ਹੋਈ ਹੈਗੀ, ਸਭ ਕੁਝ ਕੀਤਾ ਹੋਇਆ, ਬਟ ਇੱਥੇ ਆ ਕੇ ਗ੍ਰੀਨ ਕਾਰਡ ਉਹਨਾਂ ਨੂੰ ਲੈਣ ਦੇ ਚੱਕਰ ਵਿੱਚ ਪ੍ਰੋਪਰਲੀ ਉਹਨਾਂ ਦੀ ਉਹ ਇੱਜ਼ਤ ਨਹੀਂ ਕੀਤੀ ਜਾਂਦੀ ਤੇ ਨਾ ਉਹਨਾਂ ਨੂੰ ਆਪਣਾ ਪ੍ਰੋਪਰ ਸੈਲਰੀਜ਼ ਦਿੱਤੀ ਜਾਂਦੀਆਂ ਤੇ ਇਹ ਸੇਵਾਵਾਂ ਚੁੱਕ ਉਹ ਆਪਣਾ ਕਰ ਸਕਣ। ਜੀ। ਡਾਕਟਰ ਗਿਨੀ ਕੌਰ ਜੀ, ਇੱਥੇ ਜ਼ਰੂਰ ਮੈਂ ਸਵਾਲ ਕਰਨਾ ਚਾਹਾਂਗਾ, ਕਿਉਂਕਿ ਬਤੌਰ ਮਹਿਲਾ ਤੁਸੀਂ ਕੀ ਫੀਲ ਕਰਦੇ ਹੋ? ਕਿਉਂਕਿ ਬਹੁਤ ਸਾਰੇ ਗੁਰਦੁਆਰਿਆਂ ਦੀ ਜਿਹੜੀ ਮੈਨੇਜਮੈਂਟ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਮਹਿਲਾਵਾਂ ਦਾ ਜਿਹੜਾ ਰੋਲ ਹੈ ਮਿਸਿੰਗ ਦਿਖਾਈ ਦੇ ਰਿਹਾ ਹੈ। ਮਹਿਲਾਵਾਂ ਗਾਇਬ ਹੀ ਨਹੀਂ। ਮਹਿਲਾਵਾਂ ਨੂੰ ਜੇਕਰ ਕੋਈ ਸੇਵਾ ਦਿੱਤੀ ਜਾਂਦੀ ਹੈ, ਉਹ ਕਹਿੰਦੇ ਕਿ ਠੀਕ ਹੈ ਅਸੀਂ ਲੰਗਰ ਦੀ ਸੇਵਾ ਸੰਭਾਲ ਲਾਂਗੇ, ਅਸੀਂ ਵਲੰਟੀਅਰ ਦੇ ਤੌਰ 'ਤੇ ਸਾਨੂੰ ਜਿਹੜਾ ਤੁਸੀਂ ਕਹੋਗੇ ਦੇਖ ਰੇਖ ਕਰਨੀ ਹੈ ਗੁਰਦੁਆਰੇ ਦੀ, ਅਸੀਂ ਕਰ ਲਾਂਗੇ, ਸੇਵਾ ਕਰ ਲਾਂਗੇ ਗੁਰਦੁਆਰੇ। ਲੇਕਿਨ ਜਦੋਂ ਅਸੀਂ ਕਹਿੰਦੇ ਕਿ ਮੈਨੇਜਮੈਂਟ ਦਾ ਹਿੱਸਾ ਬਣੋ, ਤੁਸੀਂ ਆਓ, ਅੱਗੇ ਆਓ, ਪ੍ਰਧਾਨਗੀ ਦੀ ਕੁਰਸੀ ਸੰਭਾਲੋ, ਸੈਕਟਰੀ ਦੀ ਕੁਰਸੀ ਸੰਭਾਲੋ, ਖਜ਼ਾਨਚੀ ਬਣੋ, ਟ੍ਰੈਜਰ ਬਣੋ ਜਾਂ ਹੋਰ ਮੈਂਬਰ ਸਾਹਿਬਾਨ ਬਣੋ, ਪਰ ਕਿਤੇ ਨਾ ਕਿਤੇ ਜਿਹੜੀਆਂ ਮਹਿਲਾਵਾਂ ਨੇ ਉਹ ਗਾਇਬ ਹੋ ਰਹੀਆਂ ਨੇ। ਬਹੁਤ ਹੀ ਵਿਰਲੇ ਗੁਰਦੁਆਰੇ ਨੇ, 100 ਵਿੱਚੋਂ ਸ਼ਾਇਦ ਕੋਈ ਇੱਕ ਅੱਧਾ ਗੁਰਦੁਆਰਾ ਹੋਵੇਗਾ ਜਿੱਥੇ ਮਹਿਲਾਵਾਂ ਨੂੰ ਕੋਈ ਰੋਲ ਦਿੱਤਾ ਜਾਂਦਾ ਹੈ। ਤੁਸੀਂ ਕੀ ਕਹਿਣਾ ਚਾਹੋਗੇ ਕਿ ਅੱਜ ਵੀ ਅਸੀਂ ਮੇਲ ਡੋਮੀਨੈਂਟ ਸਮਾਜ ਵਿੱਚ ਜੀ ਰਹੇ ਹਾਂ? ਸ਼ਾਇਦ ਹਾਂਜੀ। ਤੇ ਆਈ ਐਮ ਸੇਇੰਗ ਸ਼ਾਇਦ ਹਾਂਜੀ ਬਿਕੋਜ਼ ਬਾਈ ਚਾਂਸ ਬਾਬਾ ਜੀ ਨੇ ਮੇਰੀ ਇੱਥੇ ਜਿੱਥੇ ਲਗਾਈ ਹੈਗੀ ਹੈ, ਮਤਲਬ ਜਿੱਥੇ ਮੈਂ ਆ ਕੇ ਰਹਿ ਰਹੀ ਹੈਗੀ ਆ, ਜਿੱਥੇ ਜੋੜਿਆ ਹੈਗਾ ਉਹ ਸਿੱਖ ਸੈਂਟਰ ਆਫ ਔਰੇਂਜ ਕਾਉਂਟੀ ਸੈਂਟਾਨਾ ਵਿੱਚ ਜ਼ਿਆਦਾਤਰ ਬੱਚਿਆਂ ਨੇ ਵੀ ਉੱਥੋਂ ਹੀ ਪੰਜਾਬੀ ਸਕੂਲ ਕੀਤਾ। ਤੇ ਉੱਥੇ ਮੈਂ ਦੇਖ ਰਹੀ ਸੀ ਕਿ ਮਤਲਬ ਸਾਡੇ ਹੁਣੇ ਲਾਈਕ ਦੇ ਵਰ ਲਾਈਕ 2 ਆਂਟੀ ਜੀ, they were the president of the Gurdwara like recently, so that made me very happy, and we have I think so like at least few board members है ना, मैं भी उस गुरुद्वारे से थोड़े टाइम board member रह चुकी है जी जी, so सेवा निभा चुकी है। so actually ਜਦੋਂ ਵੀ ਮਹਿਲਾਵਾਂ ਨੂੰ ਤੁਸੀਂ ਐਡ ਕਰੋਗੇ, ਸੋ ਦੇ ਲਈ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਕਿ ਸ਼ਵਿੰਦਰ ਜੀ ਮੈਨੂੰ ਹਰ ਗੱਲ ਤੇ ਅੱਗੇ ਕਰਦੇ ਹੈਗੇ ਹੈ ਕਿ ਵੀ ਨਾ ਤੂੰ ਵੀ ਆ, ਤੂੰ ਵੀ ਕਰ, ਤੁਸੀਂ ਕਿਉਂ ਪਿੱਛੇ ਰਹਿੰਦੇ ਹੋ, ਹੈ ਨਾ। So when you're doing at the back end, why are you not coming in the front? So ਇਸ ਤਰ੍ਹਾਂ ਦਾ ਅਗਰ ਰਵੱਈਆ ਸਾਰੇ board members ਅਪਣਾ ਲੈਣ ਤੇ ਮਹਿਲਾਵਾਂ ਦੇ ਜਿਹੜੇ ਪੁਆਇੰਟ ਆਫ ਵਿਊ ਹੁੰਦੇ ਹੈਗੇ ਨਾ, ਇਟਸ ਲਾਈਕ ਜੋ ਆਦਮੀਆਂ ਦੇ ਨੇ ਉਹ ਵਿਊ ਪੁਆਇੰਟਸ ਗਲਤ ਨਹੀਂ ਨੇ, ਬਟ ਲਾਈਕ ਰੱਬ ਨੇ ਸਾਨੂੰ ਵੱਖਰਾ ਬਣਾਇਆ ਹੈ ਨਾ, ਸੋ ਵੱਖਰੀ ਸੋਚ ਵੀ ਦਿੱਤੀ ਹੈਗੀ ਹੈ ਜੀ। ਸੋ ਉਹ ਔਰ ਜੋ ਫੰਕਸ਼ਨ ਐਜ਼ ਅ ਡੈਡ ਯੂ ਕੈਨ ਡੂ ਇਟ ਫॉर योर ਕਿਡ, ਐਂਡ ਵਾਟ ਅ ਫੰਕਸ਼ਨ ਆਫ ਅ ਮਦਰ ਇਜ਼, it's very different ਕਿਉਂਕਿ ਐਲੋਕੇਟ ਇਸ ਤਰ੍ਹਾਂ ਹੋਏ ਹੈਗੇ ਨਾ ਰੋਲਸ। ਸੋ ਉਹ ਆਪਣਾ ਜਿਹੜਾ ਪੁਆਇੰਟ ਆਫ ਵਿਊ ਦੱਸਣਗੇ ਨਾ, ਉਹਦੇ ਵਿੱਚ ਬਹੁਤ ਜ਼ਿਆਦਾ ਇੰਪਰੂਵਮੈਂਟ ਦੇ ਚਾਂਸਸ ਨੇ। ਵੇਅਰਐਵਰ ਆਈ ਥਿੰਕ ਜਿੱਥੇ ਵੀ ਸਾਡੀ ਡੈਫੀਸ਼ੀਐਂਸੀਜ਼ ਰਹਿ ਗਈਆਂ ਹੈਗੀਆਂ ਉਹ ਪੂਰੀਆਂ ਕੰਪਲੀਟ ਹੋ ਜਾਣਗੀਆਂ, ਬਿਕੋਜ਼ ਥਾਟ ਪ੍ਰੋਸੈਸ ਵਿਲ ਬੀ ਡਿਫਰੈਂਟ ਐਂਡ ਐਫਰਟ ਵਿਲ ਬੀ ਡਬਲਡ।
and because then you will have all the support. Otherwise कई बारी मैं सुनती है कि अपनी friends तो ही वो मेरे husband ते सारा time बाहर ही रहते हैं so घर च कौन देखेगा. But instead, like 6 hours if husband is out, and those 6 hours even wife gives, because you are telling your wife, come join me in this future. So एक ते घंटे ही डबल हो गए, माइंड डबल हो गया, थॉट प्रोसेस डबल हो गया, बिल्कुल. एंड देन किड्स फॉलो द सेम फुटस्टेप्स. ਹੁਣ ਅਸਾਂ ਨੂੰ ਕੁਝ ਕਹਿਣ ਦੀ ਲੋੜ ਨਹੀਂ ਪੈਂਦੀ, ਬਟ ਸਹਿਜ ਔਰ ਅੰਮ੍ਰਿਤ ਆਲਰੇਡੀ ਸੋਚਦੇ ਰਹਿੰਦੇ ਹੈ ਕਿ ਸਿੱਖ ਸਟੂਡੈਂਟ ਐਸੋਸੀਏਸ਼ਨ ਨਾਲ ਕਿਸ ਤਰ੍ਹਾਂ ਇਨਵੋਲਵ ਹੋਣਾ ਹੈ. ਜੀ ਅੰਮ੍ਰਿਤ ਪਹਿਲੇ ਤੋਂ ਹੀ ਹੁਣੇ ਉਸਦੀ ਅੰਡਰਗ੍ਰੈਡ UCLA ਤੋਂ ਹੁਣ ਕੰਪਲੀਟ ਕਰ ਅੱਜ ਲਾਈਕ ਕੱਲ ਲਾਸਟ ਐਗਜ਼ਾਮ ਦੇ ਕੇ ਆਇਆ ਹੈ. ਉਹਨੇ ਮੈਨੂੰ ਕਹਿ ਰਿਹਾ ਸੀਗਾ, Mama, I really want to be part of something where I can bring some value to our community, our youngsters, like so ये आपे हो जाता है silently. So it's just like अगर कोई भी कितने भी लग रहा है कि अगर महिलावां नहीं उत्थे तक पहुंच पा रही है, so I think अगर husbands will be the first person who can like okay तुसी नाल चलो. बिल्कुल. That's like in house, you don't have to like stand in the Gurdwara Sahib and say कि भी और ladies we are at home. This is like a lady right there, and you are so I think ਨਹੀਂ ਹੋਣਾ ਵੀ ਚਾਹੀਦਾ. ਬਿਲਕੁਲ ਤੁਹਾਡੀ ਤਾਰੀਫ ਕਰ ਰਹੇ ਨੇ ਤੁਹਾਡੀ ਵਾਈਫ. ਸ਼ਵਿੰਦਰ ਜੀ ਇਹ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਕਰਾਂਗਾ, ਕਿਉਂਕਿ ਇੱਕ ਮੇਲ ਤੋਂ ਜਾਣਨਾ ਕਿ ਅਸੀਂ ਕੀ ਅੱਜ ਮੇਲ ਡੋਮੀਨੈਂਟ ਸਮਾਜ ਵਿੱਚ ਜੀ ਰਹੇ ਹਾਂ, ਕਿਉਂਕਿ ਅਸੀਂ ਹਰ ਪਾਸੇ ਦੇਖਦੇ ਹਾਂ ਮਹਿਲਾਵਾਂ ਡਾਕਟਰਸ ਬਣੀਆਂ ਹੋਈਆਂ ਨੇ, ਲਾਇਰ ਬਣੀਆਂ ਹੋਈਆਂ ਨੇ, IT ਇੰਡਸਟਰੀ ਵਿੱਚ ਵੀ ਉਹਨਾਂ ਨੇ ਬਹੁਤ ਨਾਮ ਕਮਾਇਆ, ਨਾਸਾ ਵਿੱਚ ਵੀ ਹੈਗੀਆਂ, ਪਰ ਕਿਤੇ ਨਾ ਕਿਤੇ ਗੁਰਦੁਆਰਾ ਮੈਨੇਜਮੈਂਟ ਜਿੱਥੇ ਧਾਰਮਿਕ ਸੇਵਾ ਦੀ ਲੋੜ ਹੁੰਦੀ ਹੈ, ਧਾਰਮਿਕ ਸੋਚ ਦੀ ਜ਼ਰੂਰਤ ਹੁੰਦੀ ਹੈ, ਉੱਥੇ ਸਾਡੇ ਕਿਉਂ ਬਜ਼ੁਰਗਾਂ ਨੇ ਹੀ ਆਪਣਾ ਕਬਜ਼ਾ ਕੀਤਾ ਹੋਇਆ? ਦੇਖੋ ਜੀ, ਇਹ ਹੁਣ ਬਜ਼ੁਰਗਾਂ ਨੇ ਡੈਫੀਨੇਟਲੀ ਕਬਜ਼ਾ ਕੀਤਾ ਹੋਇਆ ਹੈਗਾ. ਹੁਣ ਕੁਐਸਚਨ ਹੈ ਕਿ ਇਸ ਨੂੰ ਚੇਂਜ ਕਿਸ ਤਰ੍ਹਾਂ ਕਰਨਾ ਹੈਗਾ, ਤੇ ਜੋ ਨਵੀਂ ਪੀੜ੍ਹੀ ਆਏਗੀ ਕੌਣ ਸੰਭਾਲੇਗੀ. ਸੋ ਮਹਿਲਾਵਾਂ ਦਾ ਰੋਲ, ਮਾਵਾਂ ਦਾ ਰੋਲ ਬਹੁਤ ਜ਼ਰੂਰੀ ਹੈਗਾ, ਕਿਉਂਕਿ ਘਰ ਵੀ ਜਿਸ ਤਰ੍ਹਾਂ ਹਸਬੈਂਡ ਵਾਈਫ ਦੋਨੋਂ ਇੱਕ ਪੂਰਾ ਪਰਿਵਾਰ ਬਣਵਾਉਂਦੇ ਹੈਗੇ, ਬਾਹਰ ਵੀ ਸੇਮ ਕਨਸੈਪਟ ਨਾਲ ਤੁਸੀਂ ਚਲੋ ਜੀ. ਤੇ ਚੀਜ਼ ਦੀ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਹਾਂ ਵੀ ਆਪਣਾ ਡਿਫਰੈਂਟ ਵਿਊ ਪੁਆਇੰਟ, ਦੋ ਵਿਊ ਪੁਆਇੰਟ ਜੁੜ ਕੇ ਪ੍ਰੋਡਕਟ ਬੈਟਰ ਨਿਕਲੇਗਾ ਬਾਹਰ. ਬਿਲਕੁਲ. ਹੁਣ ਰਹਿ ਗਈ ਜਿਹੜੀ ਤੁਸੀਂ ਮਿਡਲ ਏਜ ਔਰ ਯੰਗਸਟਰਸ ਨੂੰ ਗੁਰਦੁਆਰੇ ਦੀ ਮੈਨੇਜਮੈਂਟ ਵਿੱਚ ਇਨਵੋਲਵ ਹੋਣਾ ਬਹੁਤ ਜ਼ਰੂਰੀ ਹੈਗਾ. ਜੀ ਪਹਿਲਾਂ ਮੈਂ ਇੱਥੇ ਮਹਿਲਾਵਾਂ ਦੀ ਗੱਲ ਕਰ ਰਿਹਾ ਇੱਥੇ, ਕਿਉਂਕਿ ਮੈਂ ਇੱਥੇ ਯੰਗਸਟਰ ਸੇ ਆਇਆ ਨਹੀਂ, ਮੈਂ ਅਗਲਾ ਜਿਹੜਾ ਕੁਐਸਚਨ ਹੋਏਗਾ ਉਹ ਯੰਗਸਟਰ ਸੇ ਹੋਏਗਾ. ਇੱਥੇ ਮੈਂ ਮਹਿਲਾਵਾਂ ਦੀ ਬਾਤ ਜਾਣਨਾ ਚਾਹਾਂਗਾ ਕਿ ਤੁਸੀਂ ਮਹਿਲਾਵਾਂ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਹੋ ਕਿ ਮਹਿਲਾਵਾਂ ਦਾ ਰੋਲ ਕਿਉਂ ਨਹੀਂ ਦਿੱਤਾ ਜਾ ਰਿਹਾ? ਇੱਥੇ ਮੈਂ ਇਹ ਸਵਾਲ ਦਾ ਆਨਸਰ ਚਾਹਾਂਗਾ ਤੁਹਾਡੇ ਤੋਂ. ਇਹਦੇ ਵਿੱਚ ਆਈ ਥਿੰਕ ਦੋ ਰੀਜ਼ਨਸ ਹੈਗੇ. ਹਾਂਜੀ. ਇੱਕ ਤੇ ਬਾਈ ਡਿਫਾਲਟ ਜਿਹੜੇ ਲੋਕੀ ਪਿਛਲੇ 40-50 ਸਾਲ ਤੋਂ ਆਏ ਹੈਗੇ ਜੀ, ਉਹਨਾਂ ਦੀ ਸੋਚ ਟਿਪੀਕਲ ਇਹ ਹੈਗੀ ਕਿ ਹਾਂ ਵੀ ਮੇਲ ਬਾਹਰ ਜਾ ਕੇ ਕੰਮ ਕਰ ਰਿਹਾ, ਲੇਡੀ ਨੇ ਬੱਚਿਆਂ ਨੂੰ ਸੰਭਾਲਣਾ ਹੈ. ਇਹ ਸੋਚ ਚੇਂਜ ਕਰਨੀ ਬਹੁਤ ਜ਼ਰੂਰੀ ਹੈਗੀ ਜੀ. ਐਗਜ਼ਾਮਪਲ ਸਾਡੀ ਹੈਗੀ ਅਸੀਂ ਲੋਕ ਕੋਸ਼ਿਸ਼ ਕਰਨੇ ਆ ਕਿ ਜਿੱਥੇ ਇਕੱਠੇ ਜਾ ਸਕੀਏ, ਬਾਹਰ ਮੈਕਸਿਮਮ ਜਾ ਸਕੀਏ. ਐਟ ਦ ਸੇਮ ਟਾਈਮ ਜ਼ਿਆਦਾ ਪ੍ਰੈਸ਼ਰ ਵਾਈਫ 'ਤੇ ਆਉਂਦਾ, ਇਹਨਾਂ 'ਤੇ ਆਉਂਦਾ ਹੈਗਾ, ਬੱਚਿਆਂ ਦਾ ਵੀ ਖਿਆਲ ਕਰਨਾ, ਤੇ ਮੈਂ ਜਿੰਨੀ ਹੈਲਪ ਹੋ ਸਕਦੀ ਹੈ ਸਾਡੇ ਲੋਕਾਂ ਦੀ ਕਰਨੇ ਆ ਸੀ. ਬਟ ਸੋ ਇੱਕ ਚੀਜ਼ ਹੋ ਗਈ ਕਿ ਹਾਂ ਵੀ ਇਹ ਸੋਚ ਬਹੁਤ ਜ਼ਰੂਰੀ ਹੈਗੀ ਕਿ ਹਾਂ ਬਈ ਦੋਨਾਂ ਦਾ ਇਕੱਠੇ ਬਾਹਰ ਹੋਣਾ ਬੈਟਰ ਆਊਟਪੁੱਟ ਹੋਏਗੀ ਜੀ. ਦੂਸਰੀ ਗੱਲ ਹੈ ਕਿ ਲੇਡੀਜ਼ ਦੀ ਆਪਸ ਆਪਣੀ ਵੀ ਜ਼ਰੂਰ ਚਾਹੀਦਾ ਹੈ, ਮਨ ਵੀ ਚਾਹੀਦਾ ਕਿ ਹਾਂ ਵੀ ਮੈਂ ਇਨਵੋਲਵ ਹੋਵਾਂ. ਇੱਕ ਇਨੀਸ਼ੀਏਸ਼ਨ ਚਾਹੀਦੀ ਹੈਗੀ, ਸੈਲਫ ਇਨੀਸ਼ੀਏਸ਼ਨ. ਰਾਈਟ. ਡੈਫੀਨੇਟਲੀ ਹਸਬੈਂਡ ਦੀ ਹਸਬੈਂਡ ਦੀ ਸਪੋਰਟ ਹੋਏਗੀ ਤਾਂ ਹੀ ਹੋ ਪਾਏਗਾ, ਪਰ ਇੱਕ ਇਨੀਸ਼ੀਏਸ਼ਨ ਵੀ ਚਾਹੀਦੀ ਹੈਗੀ. ਅਗਰ ਵਾਈਫ ਨੂੰ ਅਗਰ ਇੱਕ ਵਾਰੀ 2-3 ਵਾਰੀ ਮਨਾ ਕਰਦੇ ਕਿ ਮੈਂ ਘਰ ਠੀਕ ਹੈਗੀ, ਤੇ ਹਸਬੈਂਡ ਨੀਡਸ ਟੂ ਕੀਪ ਔਨ ਪੁਸ਼ਿੰਗ ਦੈਟ. ਠੀਕ ਹੈ. ਹੁਣ ਆ ਜਾਂਦੇ ਹਾਂ ਨੌਜਵਾਨਾਂ 'ਤੇ. ਅਗਰ ਮੈਂ ਸਵਾਲ ਤੁਹਾਡੇ ਤੋਂ ਕਰਾਂ, ਕਿਉਂਕਿ ਜਦੋਂ ਅਸੀਂ ਬਜ਼ੁਰਗਾਂ ਦੀ ਗੱਲ ਕਰਦੇ ਹਾਂ, ਕਿਉਂਕਿ ਗੁਰਦੁਆਰਾ ਮੈਨੇਜਮੈਂਟਸ ਵਿੱਚ ਜ਼ਿਆਦਾਤਰ ਜਿਹੜੇ ਨੇ ਬਜ਼ੁਰਗਾਂ ਨੇ ਹੀ ਆਪਣਾ ਪਕੜ ਜਿਹੜੀ ਹੈ ਮਜ਼ਬੂਤ ਕੀਤੀ ਹੋਈ ਹੈ. ਜਦੋਂ ਗੁਰਦੁਆਰੇ ਸਭਾਵਾਂ ਵਿੱਚ ਕੋਈ ਲੜਾਈ ਝਗੜੇ ਹੁੰਦੇ ਨੇ, ਕਿਤੇ ਨਾ ਕਿਤੇ ਜਿਹੜੇ ਬੱਚੇ ਸਾਡੇ ਦੇਖ ਰਹੇ ਨੇ ਉਸ ਚੀਜ਼ ਨੂੰ, ਅਸੀਂ ਆਪਣੇ ਬੱਚਿਆਂ ਨੂੰ ਨਾ ਹਮੇਸ਼ਾ ਮੋਟੀਵੇਟ ਕਰਨਾ ਕਿ ਬੇਟਾ ਤੁਸੀਂ ਡਾਕਟਰ ਬਣੋ, ਲਾਇਰ ਬਣੋ, IT ਇੰਡਸਟਰੀ ਵਿੱਚ ਜਾਓ, ਨਾਸਾ ਵਿੱਚ ਜਾਓ, ਜਿਵੇਂ ਪਹਿਲਾਂ ਕਿਹਾ ਪਾਇਲਟ ਬਣੋ. ਲੇਕਿਨ ਅਸੀਂ ਆਪਣੇ ਬੱਚਿਆਂ ਨੂੰ ਮੋਟੀਵੇਟ ਇਸ ਲਈ ਨਹੀਂ ਕਰਦੇ ਕਿ ਬੇਟਾ ਤੁਸੀਂ ਪੋਲੀਟਿਕਸ ਵਿੱਚ ਜਾਓ. ਕਦੀ ਸੁਣਿਆ ਕਦੀ ਪੇਰੈਂਟਸ ਨੇ ਕਿਹਾ ਹੋਵੇ ਆਪਣੇ ਬੱਚਿਆਂ ਨੂੰ ਕਿ ਬੇਟਾ ਨਹੀਂ ਤੁਸੀਂ ਵੱਡੇ ਹੋ ਕੇ ਨਾ ਪੋਲੀਟੀਸ਼ੀਅਨ ਬਣਨਾ? ਨਹੀਂ, ਕਿਉਂਕਿ ਪੋਲੀਟਿਕਸ ਜਿਹੜਾ ਨਾਮ ਹੈ ਉਹ ਨਾ ਇੱਕ ਨੈਗੇਟਿਵ ਇੰਪੈਕਟ ਛੋੜਦਾ ਕਿ ਮੈਂ ਪੋਲੀਟੀਸ਼ੀਅਨ ਹਾਂ. ਉਹ ਇੱਕ ਬੰਦਾ ਕਹਿੰਦਾ ਯਾਰ ਚੱਲ ਤੂੰ ਪੋਲੀਟੀਸ਼ੀਅਨ ਹੈ ਬਈ, ਤੂੰ ਤਾਂ ਕੁਛ ਹੋਰ ਹੀ ਰੰਗ ਲਿਆਏਗਾ ਦੁਨੀਆ 'ਚ. ਐਸਾ ਕਿਉਂ? ਪੋਲੀਟਿਕਸ ਦਾ ਮਤਲਬ ਸੀਗਾ ਸੇਵਾ. ਤੁਸੀਂ ਆਪਣੇ ਗਲੀ ਮੁਹੱਲੇ ਦੀ ਸੇਵਾ ਕਰਨੀ ਹੈ, ਤੁਸੀਂ ਆਪਣੀ ਕਲੋਨੀ ਦੀ, ਫਿਰ ਆਪਣੇ ਸ਼ਹਿਰ ਦੀ, ਫਿਰ ਆਪਣੀ ਡਿਸਟ੍ਰਿਕਟ ਦੀ, ਆਪਣੇ ਸਟੇਟ ਦੀ, ਆਪਣੇ ਮੁਲਕ ਦੀ ਸੇਵਾ ਕਰਨੀ ਹੈ. ਪੋਲੀਟਿਕਸ ਵਰਡ ਉੱਥੇ ਸੀਗਾ, ਲੇਕਿਨ ਅੱਜ ਪੋਲੀਟਿਕਸ ਦਾ ਮਤਲਬ ਕੁਝ ਹੋਰ ਹੋ ਚੁੱਕਾ ਹੈ.
ਅੱਜ ਜਦੋਂ ਅਸੀਂ ਬੱਚਿਆਂ ਨੂੰ ਕਹਿੰਦੇ ਹਾਂ ਬੇਟਾ ਤੁਸੀਂ ਪੋਲਿਟਿਕਸ ਵਿੱਚ ਜਾਣਾ, ਤਾਂ ਬੱਚੇ ਡਰਦੇ ਆ ਪੋਲਿਟਿਕਸ ਵਿੱਚ ਜਾਣ ਤੋਂ, ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਕਿ ਨੈਗੇਟਿਵ ਇੰਪੈਕਟ ਸਾਡਾ ਪਏਗਾ, ਨੈਗੇਟਿਵ ਸਾਡੀ ਜਿਹੜੀ ਪਰਸਨੈਲਿਟੀ ਹੈ ਉਹ ਨੈਗੇਟਿਵ ਹੋ ਜਾਏਗੀ ਪਰਸਨੈਲਿਟੀ ਸਾਡੀ। ਸੋ ਕਿਉਂ ਸਾਡੇ ਅੱਜ ਬੱਚੇ ਪੋਲਿਟਿਕਸ ਵਿੱਚ ਜਾਣ ਤੋਂ ਡਰ ਰਹੇ? ਦੇਖੋ ਜੀ, ਬੱਚਿਆਂ ਦਾ ਰਿਫਲੈਕਸ਼ਨ, ਬੱਚਿਆਂ ਦੀ ਸੋਚ ਪੇਰੈਂਟਸ ਤੋਂ ਆਉਂਦੀ ਹੈਗੀ ਜੀ। ਪੇਰੈਂਟਸ ਸਾਡੀ ਫਸਟ ਜਨਰੇਸ਼ਨ ਜੋ ਇੰਡੀਆ ਤੋਂ ਆਈ ਹੈਗੀ, ਇੰਡੀਆ ਵਿੱਚ ਪੋਲਿਟਿਕਸ ਨੂੰ ਇੱਕ ਨੈਗੇਟਿਵ ਇਨੋਟੇਸ਼ਨ ਹੈਗੀ, ਨੈਗੇਟਿਵ ਅਪਰੋਚ ਨਾਲ ਦੇਖਿਆ ਜਾਂਦਾ ਹੈ। ਸੋ ਮੈਂ ਕਾਫੀ ਪੇਰੈਂਟਸ ਨਾਲ ਹੁਣ ਰੀਸੈਂਟਲੀ ਡਿਸਕਸ਼ਨ ਸ਼ੁਰੂ ਕੀਤੀ ਹੈਗੀਆਂ। ਸੋ ਮੈਂ ਪੋਲਿਟਿਕਸ ਦਾ ਵਰਡ ਮੈਂ ਕੰਪੇਅਰ ਕਰਨਾ ਇੰਡੀਆ ਵਿੱਚ IAS ਆਫੀਸਰ, IPS ਆਫੀਸਰਸ। ਜੀ। ਇੰਡੀਆ ਨੂੰ ਹਰ ਪੇਰੈਂਟ ਦਾ ਮਨ ਹੁੰਦਾ ਹੈ ਕਿ ਬੇਟਾ IPS IAS ਬਣੇ। ਬਿਲਕੁਲ ਬਿਲਕੁਲ ਠੀਕ ਹੈ। ਅਗਰ ਉਸੇ ਕੰਪੈਰੀਜ਼ਨ ਤੁਸੀਂ ਇੱਥੇ ਕਰੋ, ਕਿਉਂਕਿ ਇੱਥੇ ਜਿਹੜਾ ਸਿਸਟਮ ਹੈਗਾ, ਅਗਰ ਤੁਸੀਂ ਸਿਟੀ ਵਿੱਚ ਕਮਿਸ਼ਨਰ ਬਣੋ, ਮੇਰੇ ਨਾਲ ਇੱਕ ਕਮਿਸ਼ਨਰ ਹੈਗਾ 19 ਸਾਲ ਦਾ ਬੱਚਾ। ਸੋ ਉਹ 19 ਸਾਲ ਦਾ ਬੱਚਾ ਅਗਰ ਗੋਰਾ ਇੱਕ ਕਮਿਸ਼ਨਰ ਬਣ ਸਕਦਾ ਹੈਗਾ, ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਇਹ ਕਮਿਸ਼ਨਰ ਨਾਂ ਦੀ ਕੋਈ ਚੀਜ਼ ਵੀ ਹੈਗੀ। ਸੋ ਇਹ ਚੀਜ਼ ਡਿਸਕਸ ਕਰਨੀ ਬੱਚਿਆਂ ਨਾਲ, ਉਹਨਾਂ ਨੂੰ ਦਿਖਾਣਾ ਸਿਟੀ ਗਵਰਨਮੈਂਟ ਕਿਸ ਤਰ੍ਹਾਂ ਰਨ ਕਰਦੀ ਹੈ, ਤੇ ਉਸ ਨੂੰ ਕੋਨੋਟੇਸ਼ਨ ਜਾਂ ਉਹਦੀ ਅਪਰੋਚ ਕਰਨੀ ਇੰਡੀਆ ਦੇ IAS ਆਫੀਸਰ, IPS ਆਫੀਸਰ, ਕਮਿਸ਼ਨਰ ਬਣਨਾ, ਸਿਟੀ ਕੌਂਸਲ ਮੈਂਬਰ ਬਣਨਾ, ਮੇਅਰ ਬਣਨਾ, ਸੈਨੇਟਰ ਬਣਨਾ, ਤੇ ਉਹ ਸਾਡੀ ਕਮਿਊਨਿਟੀ ਕਿਉਂ ਨਹੀਂ ਅੱਗੇ ਆਈ? ਪਿਛਲੇ ਪਰਸੋਂ ਪ੍ਰੋਗਰਾਮ ਵਿੱਚ ਸੀਗੇ, ਜਿਸ ਤਰ੍ਹਾਂ ਗੱਲ ਕਰ ਰਹੇ ਸੀ ਕਿ ਹਾਂ ਵੀ ਬਲੈਕਸ ਐਂਡ ਸਿੱਖਸ ਇਨ 1960s ਦੇ ਯੂਜ਼ਡ ਟੂ ਸਿਟ ਇਨ ਦ ਬੈਕ ਵਿਦ ਦ ਬੱਸ। ਹੁਣ ਬਲੈਕਸ ਨੂੰ ਤੁਸੀਂ ਕੰਪੇਅਰ ਲੈ ਕੇ ਚੱਲੋ, ਬਲੈਕ ਪ੍ਰੈਜ਼ੀਡੈਂਟ ਵੀ ਪ੍ਰੈਜ਼ੀਡੈਂਟ ਓਬਾਮਾ ਬਣ ਗਿਆ, ਬੜੇ ਸਿਟੀਜ਼ ਦੇ ਗਵਰਨਰਸ ਹੈਗੇ ਬਲੈਕਸ। ਅਗਰ ਉਹ ਇੰਨੀ ਅੱਗੇ ਨਿਕਲ ਆਏ, ਅਸੀਂ ਹਾਲੇ ਤੱਕ ਪਿਛਲੇ 100 ਸਾਲਾਂ ਤੋਂ ਅਮਰੀਕਾ ਵਿੱਚ ਹੈਗੇ, ਹਾਲੇ ਅਸੀਂ 5 ਕੱਕਿਆਂ ਤੇ ਹੀ ਅਟਕੇ ਪਏ ਹਾਂ, ਆਪਣੀ ਆਇਡੈਂਟੀ ਹੀ ਡਿਫਾਈਨ ਕਰ ਰਹੇ ਹਾਂ ਕਿ ਪੱਗ ਕੀ ਹੈਗੀ, ਟਰਬਨ ਕੀ ਹੈਗੀ। ਸੋ ਅ ਪਿਕਚਰ ਇਜ਼ 1000 words। ਅਗਰ ਤੁਸੀਂ ਇੱਕ ਸਾਕਾਰ ਸਰਦਾਰ ਸਰੂਪ ਨਾਲ ਘੁੰਮਦਾ ਫਿਰਦਾ ਹਰ ਸਿਟੀ ਇਵੈਂਟ ਵਿੱਚ ਆਏ, ਹਰ ਪੋਲੀਟੀਕਲ ਇਵੈਂਟ ਵਿੱਚ ਜਾਏ, ਹਰ ਮੇਨ ਸਟ੍ਰੀਮ ਵਿੱਚ ਜਾਏ, ਸੋ ਉਹ ਆਪਣੇ ਆਪ TV ਵਿੱਚ ਆਏ, ਉਹ ਆਪਣੇ ਆਪ ਚੀਜ਼ ਖੁੱਲ ਕੇ ਮਚ ਈਜ਼ੀਅਰ ਹੋ ਜਾਏਗਾ ਸਿੱਖੀ ਨੂੰ ਅੱਗੇ ਵਧਾਉਣ ਵਾਸਤੇ। ਠੀਕ ਹੈ ਡਾਕਟਰ ਗਿਨੀ ਜੀ, ਇਹ ਸਵਾਲ ਮੈਂ ਤੁਹਾਡੇ ਤੋਂ ਵੀ ਕਰਾਂਗਾ, ਕਿਉਂਕਿ ਇੱਕ ਮਾਂ ਕਿਸ ਤਰ੍ਹਾਂ ਨਾਲ ਦੇਖਦੀ ਹੈ ਕਿ ਆਪਣੇ ਬੇਟੇ ਨੂੰ, ਆਪਣੇ ਬੇਟੀ ਨੂੰ, ਕਿ ਉਹ ਪੋਲਿਟਿਕਸ ਵਿੱਚ ਜਾਏ। ਕਿਉਂਕਿ ਕੈਲੀਫੋਰਨੀਆ ਦੀ ਗੱਲ ਕਰੀਏ ਤਾਂ ਜਸਮੀਤ ਕੌਰ ਬੈਂਸ ਇੱਕ ਨਾਮ ਸਾਹਮਣੇ ਆਇਆ ਸਾਡਾ, ਕਿ ਜੋ ਕਿ ਅਸੈਂਬਲੀ ਵਿੱਚ ਗਏ ਨੇ, ਕੈਲੀਫੋਰਨੀਆ ਅਸੈਂਬਲੀ ਵਿੱਚ ਗਏ ਨੇ, ਪਰ ਕਿਤੇ ਨਾ ਕਿਤੇ ਹਾਲੇ ਵੀ ਸਿੱਖ ਬੱਚਿਆਂ ਦੀ ਕਮੀ ਜ਼ਰੂਰ ਹੈਗੀ ਹੈ। ਸਾਨੂੰ ਆਪਣੀਆਂ ਵੋਟਾਂ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਸਾਡੇ ਸਿੱਖ ਬੱਚੇ ਜੇਕਰ ਪੋਲਿਟਿਕਸ ਵਿੱਚ ਜਾਣਗੇ, ਸਟੇਟ ਸੈਨੇਟਰ ਬਣਨਗੇ, ਅਸੈਂਬਲੀ ਵਿੱਚ ਜਾਣਗੇ, US ਵਿੱਚ ਜਾਣ ਕੇ ਕੈਪੀਟਲ ਹਿਲ ਤੱਕ ਪਹੁੰਚਣਗੇ, ਵਾਈਟ ਹਾਊਸ ਤੱਕ ਪਹੁੰਚਣਗੇ, ਤਾਂ ਸਾਡੀ ਜਿਹੜੀ ਪਰਸਨੈਲਿਟੀ ਹੈ ਆਪਣੇ ਆਪ ਦੂਸਰੇ ਲੋਕਾਂ ਤੱਕ ਪਹੁੰਚੇਗੀ। ਕੀ ਕਹਿਣਾ ਚਾਹੋਗੇ? ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਹੈ, ਔਰ ਮੈਂ ਸਭ ਦੇ ਬੱਚਿਆਂ ਨੂੰ ਤੇ ਨਹੀਂ ਕਹਿ ਸਕਦੀ, ਨਹੀਂ ਤੇ ਕੋਈ ਮੈਨੂੰ ਇਹ ਕਹੇਗਾ ਦੇਖੋ ਸਾਡੇ ਬੱਚਿਆਂ ਨੂੰ ਉਲਟਾ ਗਾਈਡ ਕਰ ਰਹੇ ਹੈਗੇ, ਦੇਖੋ ਪੜ੍ਹਨ ਦੀ ਜਗ੍ਹਾ ਕਹਿ ਰਹੇ ਪੋਲਿਟਿਕਸ 'ਚ ਜਾਓ, ਪਰ ਇਸ ਤਰ੍ਹਾਂ ਨਹੀਂ ਹੈਗਾ। ਜਿਹੜੇ ਲੋਕ ਮਤਲਬ ਲਾਅ ਕਰਦੇ ਹੈ ਉਹ ਅੱਗੇ ਜਾ ਕੇ ਪੂਰਾ ਏਮ ਐਂਡ ਐਂਬਿਸ਼ਨਸ ਨਾਲ, ਮੈਂ ਹੁਣ ਕੁਝ ਬੱਚਿਆਂ ਨਾਲ ਗੱਲ ਕਰ ਰਹੀ ਹੈਗੀ ਆ, ਤੇ ਉਹ ਪੂਰੇ ਮੋਟੀਵੇਟਡ ਨੇ, ਇਨਕਲੂਡਿੰਗ ਮੇਰੇ ਆਪਣੇ ਬੱਚੇ ਜੀ, ਪੂਰੇ ਮੋਟੀਵੇਟਡ ਨੇ ਆਪਣੇ ਫਾਦਰ ਨੂੰ ਦੇਖ ਕੇ, ਔਰ ਬਾਕੀ ਚੀਜ਼ਾਂ ਦਾ ਐਕਚੁਅਲੀ ਸਮਝ ਆਉਂਦੀ ਹੈਗੀ ਹੈ। ਤੁਸੀਂ ਛੋਟੇ ਛੋਟੇ ਬੇਬੀ ਸਟੈਪਸ ਤੁਸੀਂ ਲਓ, ਬੱਚੇ ਫੋਲੋਜ਼ ਯੂ, ਐਂਡ ਦੈਨ ਅਗਰ ਪੇਰੈਂਟਸ ਥੋੜਾ ਜਿਹਾ ਇਹ ਦਿਖਾਣ, ਸਿਟੀ ਦਾ ਜਾ ਕੇ ਪਤਾ ਕਰਨ, ਥੋੜਾ ਇਨਵੋਲਵ ਕਰਨ, ਡੈਫੀਨੇਟਲੀ ਉਹਦੇ ਨਾਲ ਇੱਕ ਬਿਗ, ਐਕਚੁਅਲੀ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਅਗਰ ਅਸੀਂ ਧੀਰੇ ਧੀਰੇ ਅਵੇਅਰਨੈਸ ਲਿਆਈਏ ਕਿ ਤੁਸੀਂ ਐਨਕਰੇਜ ਕਰੋ ਆਪਣੇ ਬੱਚਿਆਂ ਨੂੰ, ਜਿਸ ਤਰ੍ਹਾਂ ਇੰਟਰਫੇਥ ਹੋ ਰਿਹਾ ਹੈਗਾ, ਬੱਚੇ ਹਾਈ ਸਕੂਲ ਤੋਂ ਇਨਵੋਲਵ ਹੋ ਜਾਂਦੇ ਹੈਗੇ ਹੈ ਨਾ, ਪਰ ਸਾਰੇ ਨਹੀਂ, ਵੀ ਇਨਕਰੇਜ ਕੇ ਹੋਰ ਜ਼ਿਆਦਾ ਹੋਣ, ਔਰ ਉਸ ਤੋਂ ਬਾਅਦ ਫਿਰ ਕਹੀਏ ਕਿ ਇੱਕ मतलब इकट्ठे मिलके या like as a picnic go visit a one city like and then एक person who just guide करे कि you can have all these positions along with your job जी, so definitely it will make a very big difference। मैं ਇਹਨਾਂ ਦੇ ਨਾਲ ਜਾ ਕੇ ਦੇਖਿਆ ਹੈਗਾ, ਇਹਨਾਂ ਦੇ ਨਾਲ, ਅੰਮ੍ਰਿਤ ਦੇ ਨਾਲ, ਇਹ ਜਦੋਂ ਮੈਂ ਨਹੀਂ ਹੋ ਸਕਦੀ ਅਵੇਲੇਬਲ, ਹੀ ਮੇਕਸ ਇਟ ਅ ਪੁਆਇੰਟ ਕਿ ਅਸੀਂ ਐਟਲੀਸਟ ਇੱਕ ਤੋਂ ਜ਼ਿਆਦਾ ਬੰਦੇ ਰਿਪਰੈਜ਼ੈਂਟ ਜ਼ਰੂਰ ਕਰੀਏ, ਕੋਈ ਵੀ ਸਿਟੀ ਦਾ ਇਵੈਂਟ ਹੈ ਜੀ, ਔਰ ਦੇ ਵਿੱਚ ਉਹ ਦੇਖਦੇ ਹੈਗੇ ਕਿ ਇਹ ਤੇ ਬਿਲਕੁਲ ਸਾਡੇ ਵਰਗੀ ਫੈਮਿਲੀ ਹੈਗੀ ਹੈ, ਇਟਸ ਜਸਟ ਦੈਟ ਕਿ ਇਹਨਾਂ ਦੇ ਸਿਰ ਤੇ ਇੱਕ ਦਸਤਾਰ ਸੱਜੀ ਹੋਈ ਹੈਗੀ ਹੈ, ਬਸ ਬਾਕੀ ਤੇ ਬਿਲਕੁਲ ਸਾਡੇ ਵਰਗੇ ਹੈ, ਪੜ੍ਹੇ ਲਿਖੇ, ਸਾਡੇ ਵਰਗਾ ਬੋਲਦੇ, ਸਾਡੇ ਵਰਗਾ ਖਾਂਦੇ ਹੈ, ਸਾਡੇ ਵਰਗਾ ਹੀ ਸਭ ਕੁਝ ਕਰਦੇ ਹੈ, ਉਹ ਇੱਕ ਆਪਸ ਚ ਉਹਨਾਂ ਦਾ ਇੱਕ ਪਿਆਰ ਬਣਦਾ ਹੈਗਾ, ਔਰ ਉਹਦੇ ਨਾਲ ਤੁਹਾਨੂੰ ਸਪੋਰਟ ਮਿਲੇਗੀ ਬਿਲਕੁਲ, ਔਰ ਸਪੋਰਟ ਦੇ ਨਾਲ ਤੁਹਾਡੀ ਜੇ ਤੁਸੀਂ ਇਸ ਤਰ੍ਹਾਂ ਨੇਬਰਸ ਨਾਲ ਬਣਾ ਰਹੇ ਹੋ ਜਾਂ ਫਰੈਂਡਸ ਬਣਾ ਰਹੇ ਹੋ, ਉਹ ਤੁਹਾਨੂੰ ਇੰਨਾ ਯੂ ਆਰ ਐਕਸਪੈਂਡਿੰਗ ਐਟ ਦਿਸ ਮਚ ਸਪੀਡ। ਬਟ ਅਗਰ ਤੁਸੀਂ ਪੋਲੀਟੀਕਲ ਐਂਗਲ ਤੇ ਜਾ ਕੇ ਆਪਣੇ ਆਪ ਨੂੰ ਇੱਕ
ਇੱਕ ਆਪਣੀ ਜਗ੍ਹਾ ਬਣਾ ਰਹੇ ਹੋ, ਉਹ ਵੀ ਦਸਤਾਰ ਦੇ ਨਾਲ, ਆਪਣੀ ਸਿੱਖੀ ਸਰੂਪ ਦੇ ਨਾਲ, ਜੀ। then you are reaching out to a very big horizon. ਬਿਲਕੁਲ। And I think I really encourage ਕਿ ਬਈ ਸਾਰੀ ਮਾਵਾਂ ਨੂੰ and ਸਾਰੇ fathers ਨੂੰ, ਸਾਰੇ grandparents ਨੂੰ ਕਿ please encourage your kids to go this route, and this can really bring a difference in our placement in any country. ਬਿਲਕੁਲ ਠੀਕ ਹੈ ਸ਼ਵਿੰਦਰ ਜੀ, ਇੱਕ ਆਖਰੀ ਸਵਾਲ ਮੈਂ ਤੁਹਾਡੇ ਤੋਂ ਸ਼ੁਰੂ ਕਰਾਂਗਾ ਕਿਉਂਕਿ ਅਸੀਂ ਜਦੋਂ ਇੱਥੇ ਵਾਈਟ ਕਮਿਊਨਿਟੀ ਦੀ ਗੱਲ ਕਰਦੇ ਹਾਂ, ਬਲੈਕ ਕਮਿਊਨਿਟੀ ਦੀ ਗੱਲ ਕਰਦੇ ਹਾਂ, ਅਸੀਂ ਤਾਂ ਬਹੁਤ ਛੋਟੇ ਹਾਂ ਉਹਨਾਂ ਨਾਲੋਂ, ਗਿਣਤੀ ਵਿੱਚ, ਕਿਸੇ ਆਕਾਰ ਵਿੱਚ ਨਹੀਂ, ਲੇਕਿਨ ਅਸੀਂ ਗਿਣਤੀ ਵਿੱਚ ਘੱਟ ਆ। ਪਰ ਬਲੈਕ ਕਮਿਊਨਿਟੀ, ਉਹਨਾਂ ਵਿੱਚੋਂ ਹੀ ਇੱਕ ਸ਼ਖਸ ਨਿਕਲ ਕੇ ਸਾਹਮਣੇ ਆਇਆ ਜੋ ਕਿ US ਦਾ ਪ੍ਰੈਜ਼ੀਡੈਂਟ ਵੀ ਬਣਿਆ, ਮਿਸਟਰ ਬਰਾਕ ਓਬਾਮਾ। ਲੇਕਿਨ ਫਿਰ ਵੀ ਅੱਜ ਬਲੈਕ ਕਮਿਊਨਿਟੀ ਨੂੰ ਇਹ ਕਹਿਣ ਲਈ ਮਜਬੂਰ ਹੋਣਾ ਪੈ ਰਿਹਾ ਬਲੈਕ ਲਾਈਵਸ ਮੈਟਰ, BLM। ਉਹਨਾਂ ਨਾਲ ਤਾਂ ਫਿਰ ਅਸੀਂ ਬਹੁਤ ਮੁੱਠੀ ਭਾਰੀ ਹੈਗੇ ਹਾਂ। ਸਾਨੂੰ ਆਪਣੇ ਆਪ ਨੂੰ ਦੱਸਣ ਲਈ ਕੀ ਕਰਨਾ ਪਏਗਾ? ਜੇਕਰ ਬਲੈਕ ਕਮਿਊਨਿਟੀ ਇਹ ਕਹਿਣ ਲਈ ਮਜਬੂਰ ਹੋ ਰਹੀ ਹੈ, ਫਿਰ ਅਸੀਂ ਤਾਂ ਬਹੁਤ ਛੋਟੇ ਹਾਂ। ਦੇਖੋ ਜੀ, ਦੋ ਡਿਸਟਿੰਕਸ਼ਨਸ ਹੈਗੀਆਂ। ਇੱਕ ਤੇ ਜਿਹੜੀ ਐਜੂਕੇਸ਼ਨ ਲੈਵਲ ਹੈਗਾ ਤੇ ਇਕਨੋਮਿਕ ਡਿਸਪੈਰਿਟੀ ਜਿਹੜੀ ਹੈਗੀ ਬਲੈਕ ਕਮਿਊਨਿਟੀ ਵਿੱਚ ਕਾਫੀ ਜ਼ਿਆਦਾ ਹੈਗੀ ਜੀ। ਉਹ ਫੋਰਚੂਨੇਟਲੀ ਔਰ ਸਾਡੀ ਕਮਿਊਨਿਟੀ ਵਿੱਚ ਉਨੀ ਡਿਸਪੈਰਿਟੀ ਨਹੀਂ ਹੈਗੀ, ਕਿਉਂਕਿ ਅਸੀਂ ਪੰਜਾਬ ਤੋਂ ਜਿੰਨੇ ਲੋਕੀ ਆਏ ਹੋਏ ਹੈਗੇ ਤੇ ਹਾਰਡ ਵਰਕਿੰਗ ਪੀਪਲ, ਸਵੇਰੇ ਤੋਂ ਰਾਤ ਤੱਕ ਕੰਮ ਕਰਨਾ ਹੈ, ਪੈਸਾ ਕਮਾਉਣਾ ਹੈ, ਸਟੋਰ ਖਰੀਦਨੇ ਹੈ, ਜੌਬਸ ਕਰਨੀ ਹੈਗੀਆਂ, ਫਾਰਮਸ ਖਰੀਦਣੀਆਂ, ਸੋ ਇਕਨੋਮਿਕ ਡਿਸਪੈਰਿਟੀ ਘੱਟ ਹੈਗੀ। ਜੀ ਜੀ। ਸੋ ਉਸ ਮੁਤਾਬਕ ਸਾਡੇ ਕੋਲ ਕਾਫੀ ਵੱਡਾ ਐਡਵਾਂਟੇਜ ਹੈਗਾ। ਇਕਨੋਮਿਕਲੀ ਹੁਣ ਸਾਊਂਡ ਹੋ ਜਾਓ ਤੁਸੀਂ, ਇਕਨੋਮਿਕਲ ਆਪਣੇ ਬੱਚਿਆਂ ਨੂੰ, ਮੇਰੇ ਕੋਲ ਕਾਫੀ ਹੁਣ ਟਰੱਕ ਡਰਾਈਵਰਸ ਹੈਗੇ, ਆਪਣੇ ਬੱਚੇ ਡਾਕਟਰਸ ਉਹਨਾਂ ਦੇ ਬਣ ਰਹੇ ਹੈਗੇ ਜੀ। ਉਹਨਾਂ ਦੀਆਂ ਗੋਲਸ ਉਹੀ ਹੈਗੇ ਕਿਉਂਕਿ ਮਿਹਨਤ ਕਰਕੇ ਸਾਡੇ ਬੱਚੇ ਵੀ ਡਾਕਟਰ ਬਣਨ। ਹੁਣ ਡਾਕਟਰ ਇੰਜੀਨੀਅਰ ਕਿਉਂਕਿ ਉਹ ਸੈਲਰੀ ਪੈਸੇ ਦੇਖਦੇ ਹੈਗੇ। ਹੁਣ ਉਸ ਨੂੰ ਅਗਰ ਤੁਸੀਂ ਪੋਲੀਟੀਕਲ ਨੂੰ ਹਟਾ ਕੇ ਤੁਸੀਂ ਕਹੋ ਲਾਅ ਕਰਨਾ ਹੈ, ਜਿੰਨੇ ਵੀ ਪ੍ਰੈਜ਼ੀਡੈਂਟਸ ਬਣੇ ਹੈਗੇ ਹਾਰਵਰਡ ਸਕੂਲ ਤੋਂ ਹੈਗੇ, ਵਧੀਆ ਸਕੂਲ ਤੋਂ ਲਾਅ ਕਰੋ, ਕੋਈ ਹੋਰ ਪ੍ਰੋਫੈਸ਼ਨ ਕਰੋ ਜਾਂ ਆਪਣਾ ਪੋਲਿਟਿਕਸ ਵਿੱਚ ਇਨਵੋਲਵ ਹੋ, ਉਹ ਫਿਰ ਆਈ ਥਿੰਕ ਐਜੂਕੇਸ਼ਨ ਇਕਨੋਮਿਕ ਡਿਸਪੈਰਿਟੀ ਘੱਟ ਹੋਣ ਨਾਲ ਸਾਡੇ ਗਿਣਤੀ ਵਿੱਚ ਨੰਬਰ ਜ਼ਰੂਰ ਘੱਟ ਹੈਗਾ, ਬਟ ਸਾਡੇ ਸਿਰ ਤੇ ਤਾਜ ਹੈਗਾ ਇੱਕ ਜੋ ਬੜੀ ਦੂਰੋਂ ਦਿਖਦਾ ਹੈਗਾ। ਰਾਈਟ। ਔਰ ਨਾਰਮਲੀ ਉਹ ਚੀਜ਼ ਐਟ ਸਰਟਨ ਟਾਈਮ, ਹੁਣ ਥੋੜਾ 9/11 ਤੋਂ ਬਾਅਦ ਚੇਂਜ ਹੋ ਗਿਆ, ਬਟ ਕਾਫੀ ਸਾਲਾਂ ਤੱਕ ਕੋਈ ਵੀ ਪੱਗ ਵਾਲਾ ਬੰਦੇ ਨੂੰ ਡਾਕਟਰ ਜਾਂ ਇੰਜੀਨੀਅਰ ਹੀ ਡਾਕਟਰ ਸਮਝਿਆ ਜਾਂਦਾ ਸੀਗਾ। ਮੈਂ ਬੈਂਕ 'ਚ ਜਾਂਦਾ ਸੀ, ਮੈਨੂੰ ਕਹਿੰਦੇ ਸੀ ਡਾਕਟਰ ਸਿੰਘ, ਥੈਂਕ ਯੂ ਫॉर ਕਨਫਿਊਜ਼ ਕਰਕੇ। ਸੋ ਇਹ ਬੜਾ ਐਡਵਾਂਟੇਜ ਰਿਹਾ ਸਾਡਾ ਕਿ ਜਿੰਨੇ ਵੀ ਪੁਰਾਣੇ ਪਿਛਲੇ 40-50 ਸਾਲ ਪਹਿਲੇ ਲੋਕੀ ਆਏ ਸੀਗੇ, ਡਾਕਟਰਸ ਅੱਛੇ ਸੀਗੇ ਤੇ ਕਿਉਂਕਿ ਅਸੀਂ ਪੜ੍ਹੇ ਲਿਖੇ ਸੀ, ਸਾਨੂੰ ਅੱਜ ਵੀ ਪੜ੍ਹਿਆ ਲਿਖਿਆ ਹੀ ਸਮਝਿਆ ਜਾਂਦਾ ਹੈ। ਸਾਡੇ ਜਿਹੜੇ ਬੱਚੇ ਨੇ, ਅਸੀਂ ਕੋਈ ਵੀ ਹੋਰ ਪ੍ਰੋਫੈਸ਼ਨ, ਲੇਕਿਨ ਅਸੀਂ ਹਮੇਸ਼ਾ ਪੜ੍ਹੇ ਲਿਖੇ ਲੋਕਾਂ 'ਚ ਸਾਡੀ ਸ਼ਮੂਲੀਅਤ ਜ਼ਿਆਦਾ ਹੁੰਦੀ ਹੈ। ਫਰਕ ਕੀ ਹੋਇਆ ਸਿਰਫ 9/11 ਜੋ ਮਿਸਟੇਕਨ ਆਇਡੈਂਟੀਟੀ ਦਾ ਕ੍ਰਾਈਸਿਸ ਹੋਇਆ, ਜਿਹੜਾ ਐਟ ਦ ਰੂਟ ਕਾਜ਼ ਜਿਹੜਾ ਹੈਗਾ, ਜੋ ਉਸਾਮਾ ਬਿਨ ਲਾਦਨ ਦੀ ਪਿਕਚਰ ਜਿਹੜੀ ਟੀਵੀ ਤੇ ਬਾਰ-ਬਾਰ ਦਿਖਾ ਕੇ ਪੱਗ ਉਸ ਤਰ੍ਹਾਂ ਦੀ ਬਣੀ ਹੋਈ ਤੇ ਉਹ ਨਾਲ ਕਨਫਿਊਜ਼ ਕਰਕੇ ਜਨਰੇਸ਼ਨ ਚੇਂਜ ਹੋਈ ਹੈ। ਪੁਰਾਣੇ ਜਿਹੜੇ ਡਾਕਟਰ ਸੀਗੇ ਉਹ ਰਿਟਾਇਰ ਹੋ ਗਏ, ਨਵੀਂ ਗੋਰੇ ਆਏ, ਸੇਮ ਚੀਜ਼ ਉੱਥੇ ਵੀ ਜਨਰੇਸ਼ਨ ਚੇਂਜ ਹੋਈ। ਨਵਿਆਂ ਨੂੰ ਨਹੀਂ ਪਤਾ ਕਿ ਹਾਂ ਬਈ ਇਹ ਸਰਦਾਰ ਉਸਾਮਾ ਬਿਨ ਲਾਦਨ ਨਹੀਂ ਹੈਗਾ ਜੀ। ਸੋ ਸਾਡੇ ਕੋਲ ਕਾਫੀ ਵਾਰ ਕੁਐਸਚਨ ਪੁੱਛਿਆ ਗਿਆ ਕਿ ਹਾਂ ਬਈ ਤੁਸੀਂ ਮੁਸਲਿਮ ਹੋ ਜੀ। ਮੇਰਾ ਜਵਾਬ ਇਹ ਹੁੰਦਾ ਹੈ ਕਿ ਮੁਸਲਿਮਸ ਡਜ਼ਨਟ ਮੈਟਰ, ਮੁਸਲਿਮ ਅਸੀਂ ਮੁਸਲਿਮ ਨਹੀਂ, ਅਸੀਂ ਸਿੱਖ ਹਾਂ, ਬਟ ਦੇਰ ਆਰ ਐਕਸਟ੍ਰੀਮਿਸਟ ਇਨ ਬੋਥ in every religion, ਚਾਹੇ ਉਹ ਮੁਸਲਿਮ ਹੈ, ਚਾਹੇ ਇਸਲਾਮ ਕ੍ਰਿਸਚੈਨਿਟੀ ਹੈ, ਚਾਹੇ ਉਹ ਸਿੱਖੀਜ਼ਮ ਹੈਗਾ। You cannot just label the whole religion as bad. ਬਿਲਕੁਲ, ਤਾਂ ਹੀ ਕਹਿੰਦੇ ਨੇ ਕਿ ਜਿਹੜੇ ਕੋਈ ਵੀ ਧਰਮ ਮਾੜਾ ਨਹੀਂ ਹੈ, ਲੇਕਿਨ ਧਰਮ ਵਿੱਚ ਕੁਝ ਲੋਕ ਮਾੜੇ ਜ਼ਰੂਰ ਹੁੰਦੇ ਨੇ ਜੋ ਕਿ ਪੂਰੇ ਤਾਲਾਬ ਨੂੰ ਗੰਦਾ ਕਰਨ ਦੇ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਬਹੁਤ ਬਹੁਤ ਸ਼ੁਕਰੀਆ ਸ਼ਵਿੰਦਰਜੀਤ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ ਗਿਨੀ ਕੌਰ ਜੀ ਆਪਣੇ, ਕਿਉਂਕਿ ਬਹੁਤ ਇਸ ਤਰ੍ਹਾਂ ਜਿਹੜੇ ਸਵਾਲ ਹੁੰਦੇ ਉਹਨਾਂ ਦੇ ਜਵਾਬ ਦੇਣੇ ਮੈਨੂੰ ਪਤਾ ਕਿ ਕਾਫੀ ਟਫ ਹੋ ਜਾਂਦਾ ਕਈ ਵਾਰੀ, ਪਰ ਫਿਰ ਵੀ ਤੁਸੀਂ ਆਪਣੇ ਐਕਸਪੀਰੀਅੰਸ ਦੇ ਨਾਲ ਇਹ ਜਿਹੜੇ ਜਵਾਬ ਦਿੱਤੇ ਨੇ, ਸਾਨੂੰ ਬੜੀ ਜ਼ਰੂਰਤ ਹੈ, ਤਾਂ ਹੀ ਅਸੀਂ ਤੁਹਾਨੂੰ ਮਿਲ ਕੇ ਸਿੱਖਿਆ ਹਾਸਲ ਕਿਹਾ। ਬਹੁਤ ਬਹੁਤ ਸ਼ੁਕਰੀਆ ਜੋ ਤੁਸੀਂ ਕਰ ਰਹੇ ਹੋ ਸ਼ਵਿੰਦਰ ਜੀ। ਅਸੀਂ ਚਾਹਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਸਟੇਟ ਦੇ ਲਈ ਵੀ ਕੁਝ ਕਰੋ ਆਪਣੇ, ਤਾਂ ਕਿ ਅਸੀਂ ਤੁਹਾਡਾ ਹੋਰ ਤੁਹਾਡਾ ਜਿਹੜਾ ਮੁਕਾਮ ਹੈ ਹੋਰ ਵੱਡਾ ਹੋ ਸਕੇ, ਸਾਡੇ ਮੋਢੇ ਹੋਰ ਚੌੜੇ ਹੋ ਸਕਣ। ਥੈਂਕ ਯੂ ਵਰਮਾਨੀ ਸਾਹਿਬ ਜੀ, ਥੈਂਕ ਯੂ ਅਗੇਨ, ਥੈਂਕ ਯੂ ਸੋ ਮਚ ਜੀ। ਸੋ ਇਹ ਸੀ ਬੜਾ ਪਿਆਰਾ ਕਪਲ ਸਰਦਾਰ ਸ਼ਵਿੰਦਰਜੀਤ ਸਿੰਘ ਜੀ, ਡਾਕਟਰ ਗਿਨੀ ਕੌਰ ਜੀ, ਜਿਨ੍ਹਾਂ ਅਸੀਂ ਮਿਲ ਕੇ ਕਿਹਾ ਸਿੱਖਿਆ ਫਿਲਹਾਲ। ਪਰ ਅਗਲੇ ਹਫਤੇ ਇੱਕ ਹੋਰ ਸ਼ਖਸ ਨਾਲ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਜਾਨੀ ਭਲੰਦਰ ਸਿੰਘ ਬਿਰਮਾਨੀ ਨੂੰ ਦਿਓ ਇਜਾਜ਼ਤ। ਧੰਨਵਾਦ।